मुर्शिद सोना 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 मेरा कि जो किस्मत 'ਚ ਲਿਖਿਆ ਹੁੰਦਾ ਹੈ ਅਗਰ ਉਹੀ ਹੋਣਾ ਹੈ ਜਾਂ ਉਹੀ ਸਾਨੂੰ ਮਿਲਣਾ ਹੈ ਤਾਂ ਫਿਰ ਸਾਨੂੰ ਜੀਵਨ 'ਚ ਗੋਲ ਸੈੱਟ ਕਰਨ ਦੀ ਕੀ ਜ਼ਰੂਰਤ ਹੈ ਜਾਂ ਗੋਲ ਸੈੱਟ ਕਰਨਾ ਜ਼ਰੂਰੀ ਹੈ ਜਾਂ ਨਹੀਂ। ਸੋ ਯਾਨੀ ਕਹਿਣ ਦਾ ਮਤਲਬ ਉਹਨਾਂ ਦਾ ਸਵਾਲ ਕਿਸਮਤ ਬਾਰੇ ਹੈ ਕਿ ਉਹ ਜਾਣਨਾ ਚਾਹੁੰਦੇ ਹੈ ਕਿ ਜੋ ਲਿਖਿਆ ਹੈ ਅਗਰ ਉਹੀ ਹੋਣਾ ਤਾਂ ਇਹਦਾ ਮਤਲਬ ਫਿਰ ਇਨਸਾਨ ਨੂੰ ਗੋਲ ਸੈੱਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ, ਫਿਰ ਜੋ ਲਿਖਿਆ ਹੈ ਉਹ ਤਾਂ ਮਿਲ ਹੀ ਜਾਣਾ ਹੈ। ਸੋ ਆਓ ਹੁਣ ਇਹਦੇ ਜਵਾਬ ਦੀ ਤਰਫ ਚਲੀਏ। ਤਾਂ ਸਭ ਤੋਂ ਪਹਿਲਾਂ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਜੋ ਕਿਸਮਤ 'ਚ ਹੈ ਅਗਰ ਉਹੀ ਮਿਲਣਾ ਹੈ ਤਾਂ ਫਿਰ ਸਾਨੂੰ ਗੋਲ ਸੈੱਟ ਕਰਨ ਦੀ ਕੀ ਜ਼ਰੂਰਤ ਹੈ। ਸੋ ਕਿਸਮਤ ਕਿਹਨੂੰ ਕਿਹਾ ਜਾਂਦਾ ਹੈ? ਕਿਉਂਕਿ ਕਈ ਜੀਵ ਇਹ ਕਹਿੰਦੇ ਹੈ ਕਿ ਜੋ ਕਿਸਮਤ 'ਚ ਪਰਮਾਤਮਾ ਨੇ ਲਿਖਿਆ ਹੈ ਜਾਂ ਜੋ ਪ੍ਰਭੂ ਨੇ ਕਿਸਮਤ 'ਚ ਲਿਖਿਆ ਹੈ ਉਹੀ ਮਿਲਣਾ ਹੈ। ਔਰ ਜਦੋਂ ਕਿਸੇ ਨੂੰ ਕੋਈ ਤਕਲੀਫ ਆਉਂਦੀ ਹੈ, ਕੋਈ ਦੁੱਖ ਆ ਜਾਂਦਾ ਹੈ ਤਾਂ ਕਹਿ ਦਿੰਦੇ ਆ ਇਹ ਤਾਂ ਮੇਰੀ ਕਿਸਮਤ ਦੇ ਵਿੱਚ ਲਿਖਿਆ ਹੋਇਆ ਸੀ। ਤਾਂ ਹੁਣ ਜ਼ਰਾ ਥੋੜ੍ਹਾ ਵਿਚਾਰ ਕਰਨਾ ਕਿ ਕਿਸਮਤ ਕੀ ਹੈ, ਕਿ ਕਿਸਮਤ ਹੈ ਵੀ ਜਾਂ ਨਹੀਂ। ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਅਗਰ ਪਰਮਾਤਮਾ ਨੇ ਕਿਸਮਤ ਲਿਖੀ ਹੁੰਦੀ, ਜਿੱਦਾਂ ਕਿਹਾ ਜਾਂਦਾ ਕਿ ਪ੍ਰਭੂ ਨੇ ਕਿਸਮਤ 'ਚ ਲਿਖਿਆ ਹੈ, ਅਗਰ ਵਾਕਈ ਜ਼ਰਾ ਥੋੜ੍ਹਾ ਵਿਚਾਰ ਕਰੋ ਕਿ ਜੇ ਪਰਮਾਤਮਾ ਨੇ ਕਿਸਮਤ ਲਿਖੀ ਹੁੰਦੀ ਤਾਂ ਫਿਰ ਸਾਡੀ ਸਾਰਿਆਂ ਦੀ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਸੀ, ਆਨੰਦ ਹੀ ਆਨੰਦ ਹੋਣਾ ਸੀ, ਪਿਆਰ ਹੀ ਪਿਆਰ ਹੋਣਾ ਸੀ। ਕਿਉਂਕਿ ਇੱਕ ਬਾਪ ਜਿਸਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਸਨੇ ਸਾਨੂੰ ਪੈਦਾ ਕੀਤਾ ਹੈ, ਉਹ ਬਾਪ ਕਦੀ ਆਪਣੇ ਬੱਚਿਆਂ ਦੀ ਕਿਸਮਤ 'ਚ ਤਕਲੀਫ, ਦੁੱਖ, ਪਰੇਸ਼ਾਨੀ, ਚਿੰਤਾ ਨਹੀਂ ਲਿਖ ਸਕਦਾ। ਜਿੱਦਾਂ ਇਹਨੂੰ ਇੱਦਾਂ ਸਮਝੋ ਕਿ ਜੇ ਫਰਜ਼ ਕਰੋ ਤੁਹਾਡੀ ਔਲਾਦ ਹੈ ਔਰ ਤੁਹਾਨੂੰ ਆਪਣੀ ਔਲਾਦ ਦੀ ਕਿਸਮਤ ਲਿਖਣ ਦਾ ਮੌਕਾ ਮਿਲੇ ਤਾਂ ਤੁਸੀਂ ਆਪਣੀ ਔਲਾਦ ਦੀ ਕਿਸਮਤ 'ਚ ਕੀ ਲਿਖੋਗੇ? ਕਾਮਯਾਬੀ, ਸਫਲਤਾ, ਹਰ ਚੀਜ਼ ਵਿੱਚ ਬੈਸਟ, ਹਰ ਚੀਜ਼ ਵਿੱਚ ਕਾਮਯਾਬ, ਹਰ ਚੀਜ਼ ਵਿੱਚ ਸਫਲ, ਹਰ ਚੀਜ਼ ਵਿੱਚ ਖੁਸ਼ੀਆਂ, ਹਰ ਚੀਜ਼ ਵਿੱਚ ਆਨੰਦ। ਕਿਉਂਕਿ ਜੇ ਮਾਤਾ ਪਿਤਾ ਲਿਖਣਾ ਚਾਹਣ ਆਪਣੇ ਬੱਚੇ ਦੀ ਕਿਸਮਤ ਤਾਂ ਫਿਰ ਤਾਂ ਬੱਚੇ ਦੇ ਜੀਵਨ 'ਚ ਕਦੀ ਤਕਲੀਫ, ਦੁੱਖ, ਪਰੇਸ਼ਾਨੀ ਆਏਗੀ ਹੀ ਨਹੀਂ। ਕਿਉਂਕਿ ਕਿਹੜਾ ਮਾਤਾ ਪਿਤਾ ਚਾਹੁੰਦਾ ਕਿ ਮੇਰੇ ਬੱਚੇ ਦੀ ਜ਼ਿੰਦਗੀ 'ਚ ਤਕਲੀਫਾਂ ਆਉਣ, ਪਰੇਸ਼ਾਨੀਆਂ ਆਉਣ। ਇਸੇ ਲਈ ਤਾਂ ਹਰ ਮਾਤਾ ਪਿਤਾ ਆਪਣੇ ਬੱਚੇ ਦੀ ਕਾਮਯਾਬੀ ਦੀ ਅਰਦਾਸ ਦਿਨ ਰਾਤ ਕਰਦੇ ਹੈ ਕਿ ਹੇ ਪ੍ਰਮਾਤਮਾ, ਹੇ ਪ੍ਰਭੂ, ਸਾਡੇ ਬੱਚੇ ਨੂੰ ਕਾਮਯਾਬੀ ਦੇ, ਸਫਲਤਾ ਦੇ। ਜ਼ਰਾ ਇਹਨੂੰ ਸਮਝੋ ਕਿ ਇੱਥੋਂ ਕੀ ਪਤਾ ਲੱਗਦਾ ਹੈ ਕਿ ਜਿਸ ਤਰ੍ਹਾਂ ਮਾਤਾ ਪਿਤਾ ਦੇ ਹੱਥ 'ਚ ਕਿਸਮਤ ਲਿਖਣਾ ਹੋਵੇ ਤਾਂ ਖੁਸ਼ੀਆਂ ਲਿਖਣਗੇ, ਇੱਦਾਂ ਹੀ ਜੇ ਪ੍ਰਮਾਤਮਾ ਨੇ ਸਾਡੀ ਕਿਸਮਤ ਲਿਖੀ ਹੁੰਦੀ ਤਾਂ ਫਿਰ ਸਭ ਦੇ ਜੀਵਨ 'ਚ ਖੁਸ਼ੀਆਂ ਹੀ ਖੁਸ਼ੀਆਂ ਹੋਣੀਆਂ ਸੀ, ਵੀ ਤੰਗੀ, ਪਰੇਸ਼ਾਨੀ, ਤਕਲੀਫ, ਦੁੱਖ ਕੋਈ ਨਹੀਂ ਹੋਣਾ ਸੀ। ਤਾਂ ਹੁਣ ਇਸ ਨੂੰ ਸਮਝੀਏ, ਇੱਥੋਂ ਕੀ ਕਲੀਅਰ ਹੁੰਦਾ ਹੈ ਕਿ ਕਿਸਮਤ ਪਰਮਾਤਮਾ ਨਹੀਂ ਲਿਖਦਾ, ਕਿਸਮਤ ਪਰਮਾਤਮਾ ਜਾਂ ਪ੍ਰਭੂ ਨਹੀਂ ਲਿਖਦਾ। ਹੁਣ ਇਹ ਕਿਸਮਤ ਕੀ ਹੈ? ਕਿਸਮਤ ਕੀ ਹੈ? ਤਾਂ ਜੇ ਅਸੀਂ ਥੋੜਾ ਜਿਹਾ ਇਸ ਨੂੰ ਵਿਚਾਰ ਕਰੀਏ ਤਾਂ ਇਨਸਾਨ ਦੇ ਜੀਵਨ ਦੇ ਵਿੱਚ ਕਿਸਮਤ ਦਾ ਕੋਈ ਰੋਲ ਨਹੀਂ ਹੁੰਦਾ। ਇਨਸਾਨ ਦੇ ਜੀਵਨ 'ਚ ਰੋਲ ਹੁੰਦਾ ਹੈ ਕਰਮ ਦਾ। ਤਾਂ ਹੀ ਤਾਂ ਸ਼੍ਰੀ ਕ੍ਰਿਸ਼ਨ ਨੇ ਵੀ ਭਾਗਿਆ ਨਾਲੋਂ ਜ਼ਿਆਦਾ ਕਰਮ ਤੇ ਜ਼ੋਰ ਦਿੱਤਾ ਹੈ। ਉਹ ਕਹਿੰਦੇ ਜਿਹੜਾ ਇਨਸਾਨ ਭਾਗਿਆ ਦੇ ਭਰੋਸੇ ਬੈਠਾ ਰਹਿੰਦਾ ਹੈ ਉਹ ਇਨਸਾਨ ਜੀਵਨ 'ਚ ਕਦੀ ਕਾਮਯਾਬ, ਕਦੀ ਸਫਲ ਨਹੀਂ ਹੁੰਦਾ। ਤਾਂ ਜਿਹੜਾ ਇਨਸਾਨ ਕਰਮ ਕਰਦਾ ਹੈ, ਕਰਮ ਯਾਨੀ ਮਿਹਨਤ ਕਰਦਾ ਹੈ, ਮਿਹਨਤ ਕਰਨ ਵਾਲੇ ਇਨਸਾਨ ਨੂੰ ਜੀਵਨ 'ਚ ਕਾਮਯਾਬੀ ਵੀ ਜ਼ਰੂਰ ਮਿਲਦੀ ਹੈ। ਜਿੱਦਾਂ ਕਿ ਛੋਟੀ ਜਿਹੀ ਕਹਾਣੀ ਤੋਂ ਇਹ ਗੱਲ ਕਲੀਅਰ ਹੋ ਜਾਏਗੀ ਕਿ ਇੱਕ ਜਗ੍ਹਾ ਦੋ ਰਾਜਿਆਂ ਸੀ ਔਰ ਦੋਨਾਂ ਰਾਜਿਆਂ ਦੀ ਆਪਸ ਵਿੱਚ ਦੁਸ਼ਮਣੀ ਸੀ। ਔਰ ਉਹ ਦੋ ਹੀ ਰਾਜਿਆਂ ਇੱਕ ਜੋਤਸ਼ੀ ਨੂੰ ਮੰਨਦੇ ਸੀ। ਜੋਤਸ਼ੀ ਜੋ ਗ੍ਰਹਿਾਂ ਨੂੰ ਦੇਖ ਕੇ ਸ਼ੁਭ ਅਸ਼ੁਭ ਦਾ ਦੱਸਦਾ ਸੀ ਕਿ ਕਿਹੜੀ ਘੜੀ, ਕਿਹੜਾ ਪਲ ਸ਼ੁਭ ਹੈ, ਕਿਹੜਾ ਅਸ਼ੁਭ ਹੈ। ਹੁਣ ਜਦੋਂ ਵਕਤ ਆਇਆ ਕਿ ਦੋਨਾਂ ਰਾਜਿਆਂ 'ਚ ਜੰਗ ਹੋਣੀ ਸੀ ਤਾਂ ਇੱਕ ਰਾਜਿਆਂ ਦਾ ਰਾਜਾ ਉਸ ਜੋਤਸ਼ੀ ਦੇ ਕੋਲ ਗਿਆ ਔਰ ਜਾ ਕੇ ਉਸ ਨੂੰ ਕਹਿਣ ਲੱਗਾ ਕਿ ਮੈਂ ਨਾਲ ਦੇ ਦੇਸ਼ ਤੇ ਹਮਲਾ ਕਰਨਾ ਹੈ, ਜ਼ਰਾ ਦੇਖੋ ਸਾਡੇ ਗ੍ਰਹਿਾਂ ਨੂੰ ਦੇਖ ਕੇ ਕਿ ਇਹ ਟਾਈਮ, ਇਹ ਸਮਾਂ ਯੁੱਧ ਕਰਨ ਦਾ ਉਚਿਤ ਹੈ ਜਾਂ ਨਹੀਂ। ਜਦੋਂ ਜੋਤਸ਼ੀ ਨੇ ਦੇਖਿਆ ਤਾਂ ਉਸਨੇ ਕਿਹਾ ਕਿ ਮਹਾਰਾਜ, ਤੁਹਾਡੇ ਗ੍ਰਹਿ, ਤੁਹਾਡੇ ਨਕਸ਼ਤਰ ਬਿਲਕੁਲ ਉੱਤਮ ਹੈ, ਤੁਹਾਡੀ ਰਾਸ਼ੀ ਬਿਲਕੁਲ ਅੱਛੇ ਗ੍ਰਹਿ ਦੇ ਵਿੱਚ ਹੈ, ਯਾਨੀ ਇਸ ਵਕਤ ਅਗਰ ਤੁਸੀਂ ਹਮਲਾ ਕਰੋਗੇ ਤੁਹਾਨੂੰ ਕਾਮਯਾਬੀ ਜ਼ਰੂਰ ਮਿਲੇਗੀ, ਕਿਉਂਕਿ ਇਸ ਵੇਲੇ ਕਿਸਮਤ ਤੁਹਾਡੇ ਨਾਲ ਹੈ। ਹੁਣ ਰਾਜੇ ਨੂੰ ਜਦੋਂ ਇਹ ਚੀਜ਼ ਦੀ ਖਬਰ ਮਿਲੀ, ਯਾਨੀ ਪਤਾ ਲੱਗਾ ਉਹਨੂੰ, ਤਾਂ ਖੁਸ਼ ਹੋ ਗਿਆ, ਪ੍ਰਸੰਨ ਹੋ ਗਿਆ ਔਰ ਉਹਨਾਂ ਆ ਕੇ ਆਪਣੇ ਸੈਨਿਕਾਂ ਨੂੰ ਕਹਿਤਾ, ਫਿਕਰ ਨਾ ਕਰੋ, ਕਿਸਮਤ ਸਾਡੇ ਨਾਲ ਹੈ, ਗ੍ਰਹਿ ਸਾਡੇ ਨਾਲ ਹੈ। ਕਿਉਂਕਿ ਉਹ ਮਹਾਨ ਜੋਤਸ਼ੀ ਨੇ ਦੱਸ ਦਿੱਤਾ ਹੈ ਕਿ ਸਾਨੂੰ ਜਿੱਤ ਜ਼ਰੂਰ ਮਿਲੇਗੀ। ਸੈਨਿਕ ਵੀ ਖੁਸ਼। ਹੁਣ ਦੂਸਰੀ ਤਰਫ ਉਹ ਦੂਸਰਾ ਰਾਜਾ, ਉਹ ਵੀ ਉਸ ਜੋਤਸ਼ੀ ਦੇ ਕੋਲ ਆਇਆ। ਉਹਨਾਂ ਆ ਕੇ ਪੁੱਛਿਆ ਤਾਂ ਜੋਤਸ਼ੀ ਨੇ ਕਿਹਾ ਤੁਹਾਡੇ ਗ੍ਰਹਿ ਚੰਗੇ ਨਹੀਂ ਹੈ,
ਤੁਹਾਡੇ ਗ੍ਰਹਿ ਚੰਗੇ ਨਹੀਂ ਹੈ, ਤੁਹਾਡੇ ਗ੍ਰਹਿ ਬੜੇ ਮਾੜੇ ਹੈ। ਇਸ ਲਈ ਮਹਾਰਾਜ ਤੁਸੀਂ ਯੁੱਧ ਹਾਰ ਜਾਣਾ ਹੈ, ਇਸ ਲਈ ਤੁਸੀਂ ਇਹ ਕੋਸ਼ਿਸ਼ ਕਰੋ ਕਿ ਯੁੱਧ ਨੂੰ ਕਿਸੇ ਤਰ੍ਹਾਂ ਟਾਲਿਆ ਜਾਵੇ। ਸੋ ਉਹ ਰਾਜਾ ਨਿਰਾਸ਼ ਹੋ ਕੇ ਆਪਣੇ ਮਹਿਲ ਨੂੰ ਚਲਾ ਗਿਆ। ਜਦੋਂ ਨਿਰਾਸ਼ ਹੋ ਕੇ ਆਪਣੇ ਮਹਿਲ ਨੂੰ ਚਲਾ ਗਿਆ ਤਾਂ ਮਹਿਲ ਦੇ ਵਿੱਚ ਉਹਦਾ ਜੋ ਮੰਤਰੀ ਸੀ, ਜਦੋਂ ਉਸਨੇ ਰਾਜੇ ਨੂੰ ਦੇਖਿਆ ਨਿਰਾਸ਼ਾ ਦੇ ਨਾਲ, ਉਦਾਸੀ ਦੇ ਨਾਲ ਭਰਪੂਰ, ਤਾਂ ਉਸਨੇ ਰਾਜੇ ਨੂੰ ਪੁੱਛਿਆ ਕਿ ਮਹਾਰਾਜ ਤੁਸੀਂ ਨਿਰਾਸ਼ ਉਦਾਸ ਕਿਉਂ ਹੋ? ਤਾਂ ਉਸ ਵੇਲੇ ਉਹ ਰਾਜੇ ਨੇ ਕਿਹਾ ਤੂੰ ਉਸ ਮਹਾਨ ਜੋਤਸ਼ੀ ਬਾਰੇ ਜਾਣਦਾ ਹੈ ਨਾ, ਜਿਹੜਾ ਗ੍ਰਹਿਾਂ ਨੂੰ ਦੇਖ ਕੇ ਭਵਿੱਖਬਾਣੀ ਕਰਦਾ ਹੈ? ਤਾਂ ਉਸ ਵੇਲੇ ਮੰਤਰੀ ਨੇ ਕਿਹਾ ਹਾਂ ਜਾਣਦਾ ਹਾਂ, ਮੈਂ ਉਹਦੇ ਕੋਲ ਗਿਆ ਸੀ ਜੰਗ ਦਾ ਹਾਲ ਪੁੱਛਣ ਤੋਂ। ਉਹਨਾਂ ਕਿਹਾ ਕਿਸੇ ਤਰ੍ਹਾਂ ਜੰਗ ਨੂੰ ਟਾਲਣ ਦੀ ਕੋਸ਼ਿਸ਼ ਕਰੋ, ਕਿਉਂਕਿ ਤੁਹਾਡੀ ਕਿਸਮਤ ਇਸ ਵੇਲੇ ਤੁਹਾਡੇ ਸਾਥ ਨਹੀਂ ਹੈ, ਤੁਹਾਡੇ ਗ੍ਰਹਿ ਤੁਹਾਡੇ ਮੁਤਾਬਿਕ ਨਹੀਂ ਹੈ, ਇਹ ਜੰਗ ਤੁਸੀਂ ਹਾਰ ਜਾਓਗੇ। ਹੁਣ ਉਹ ਜਿਹੜਾ ਜੋਤਸ਼ੀ, ਜੋ ਉਹ ਮੰਤਰੀ ਸੀ, ਉਹ ਗ੍ਰਹਿਾਂ ਦੇ ਜਾਂ ਮੁਹੂਰਤ, ਸ਼ੁਭ ਮੁਹੂਰਤ ਦੇ ਉੱਤੇ ਵਿਸ਼ਵਾਸ ਨਹੀਂ ਕਰਦਾ ਸੀ। ਉਹ ਮੰਨਣ ਵਾਲਾ ਸੀ ਇੱਕ ਫਕੀਰ ਨੂੰ, ਇੱਕ ਗੁਰੂ ਨੂੰ। ਉਸਨੇ ਜਦੋਂ ਰਾਜੇ ਦੀ ਗੱਲ ਸੁਣੀ ਤਾਂ ਉਸਲੇ ਉਹਨਾਂ ਕਿਹਾ ਕਿ ਮਹਾਰਾਜ ਤੁਸੀਂ ਗ੍ਰਹਿਾਂ ਦੇ ਚੱਕਰ 'ਚ ਨਾ ਪਾਓ, ਇੱਕ ਵਾਰ ਮੇਰੇ ਨਾਲ ਮੇਰੇ ਮੁਰਸ਼ਿਦ ਦੇ ਕੋਲ ਚਲੋ, ਮੇਰੇ ਗੁਰੂ ਦੇ ਕੋਲ ਚਲੋ, ਉਹਨਾਂ ਨਾਲ ਜਾ ਕੇ ਗੱਲ ਕਰਦੇ ਹਾਂ। ਤਾਂ ਜਿਸ ਵੇਲੇ ਰਾਜਾ ਵਜ਼ੀਰ ਦੇ ਨਾਲ ਫਕੀਰਾਂ ਦੇ ਕੋਲ ਗਿਆ ਔਰ ਜਾ ਕੇ ਫਕੀਰਾਂ ਨੂੰ ਦੱਸਿਆ ਤਾਂ ਉਸਲੇ ਫਕੀਰ ਮੁਸਕਰਾਏ, ਕਹਿੰਦੇ ਰਾਜਾ ਫਿਕਰ ਨਾ ਕਰ, ਤੇਰੀ ਜਿੱਤ ਜ਼ਰੂਰ ਹੋਏਗੀ, ਤੈਨੂੰ ਕਾਮਯਾਬੀ ਜ਼ਰੂਰ ਮਿਲੇਗੀ, ਕਿਉਂਕਿ ਸਾਨੂੰ ਕਾਮਯਾਬੀ ਗ੍ਰਹਿ ਨਹੀਂ ਦਵਾਉਂਦੇ, ਸਾਨੂੰ ਕਾਮਯਾਬੀ ਮੁਹੂਰਤ ਨਹੀਂ ਦਵਾਉਂਦੇ, ਸਾਨੂੰ ਕਾਮਯਾਬੀ ਸਾਡਾ ਕਰਮ ਦਵਾਉਂਦਾ ਹੈ, ਸਾਡੀ ਮਿਹਨਤ ਦਵਾਉਂਦੀ ਹੈ। ਇਸ ਲਈ ਫਿਕਰ ਨਾ ਕਰ, ਉਸ ਜੰਗ ਦੇ ਵਿੱਚ ਮੈਂ ਤੇਰੇ ਨਾਲ ਹਾਂ, ਮੈਂ ਤੇਰੇ ਸਾਥ ਹਾਂ, ਕਾਮਯਾਬੀ ਜ਼ਰੂਰ ਮਿਲੇਗੀ। ਔਰ ਯਾਦ ਰੱਖ ਰਾਜਾ, ਜੇ ਹਾਰਨਾ ਹੀ ਹੈ ਤਾਂ ਲੜ ਕੇ ਹਾਰੀਏ, ਕੋਸ਼ਿਸ਼ ਕਰਕੇ ਹਾਰੀਏ, ਤਾਂ ਫਿਰ ਹਾਰ ਦਾ ਵੀ ਮਜ਼ਾ ਹੈ, ਕਿਉਂਕਿ ਫਿਰ ਇਨਸਾਨ ਨੂੰ ਅੰਦਰ ਤਾਂ ਤਸੱਲੀ ਹੁੰਦੀ ਹੈ ਨਾ ਕਿ ਮੈਂ ਪੂਰੀ ਮਿਹਨਤ ਕੀਤੀ। ਇਸ ਲਈ ਨਿਰਾਸ਼ ਨਾ ਹੋ, ਕਿਉਂਕਿ ਕਰਮ ਕਰਨ ਵਾਲਿਆਂ ਦੇ ਨਾਲ ਪਰਮਾਤਮਾ ਵੀ, ਭਗਵਾਨ ਵੀ ਖੜਾ ਹੁੰਦਾ ਹੈ। ਹੁਣ ਇੱਕ ਪਾਸੇ ਫਕੀਰਾਂ ਨੇ ਰਾਜੇ ਨੂੰ ਕਰਮ ਤੇ ਜ਼ੋਰ ਦਿੱਤਾ ਕਿ ਕਰਮ ਕਰਨਾ ਹੈ, ਮਿਹਨਤ ਕਰਨੀ ਹੈ, ਔਰ ਦੂਸਰੇ ਪਾਸੇ ਦੂਜਾ ਰਾਜਾ ਗ੍ਰਹਿਾਂ ਦੇ ਭਰੋਸੇ ਬੈਠਾ ਹੈ ਕਿ ਕੋਈ ਨਹੀਂ, ਸਾਡੀ ਕਿਸਮਤ 'ਚ ਲਿਖਿਆ ਹੈ ਸਾਨੂੰ ਜਿੱਤ ਮਿਲ ਹੀ ਜਾਣੀ ਹੈ। ਉਹ ਬੇਫਿਕਰ ਹੋ ਕੇ ਬੈਠਾ ਹੈ, ਕਿਉਂਕਿ ਗ੍ਰਹਿ ਸਾਡੇ ਅਨੁਕੂਲ ਹੈ, ਕਿਸਮਤ ਸਾਡੇ ਨਾਲ ਹੈ। ਆਖਿਰ ਉਹ ਸਮਾਂ ਆਇਆ ਯੁੱਧ ਦਾ। ਹੁਣ ਇੱਕ ਪਾਸੇ ਰਾਜਾ ਔਰ ਇਹਦੇ ਸੈਨਿਕ ਮੰਨਦੇ ਹੈ, ਪਹਿਲੇ ਹੀ ਮੰਨ ਕੇ ਬੈਠੇ ਅਸੀਂ ਜਿੱਤੇ ਹੋਏ ਹਾਂ, ਕਿਉਂਕਿ ਗ੍ਰਹਿ ਸਾਡੇ ਨਾਲ ਹੈ, ਕਿਸਮਤ ਸਾਡੇ ਨਾਲ ਹੈ। ਔਰ ਦੂਸਰੇ ਪਾਸੇ ਉਹ ਰਾਜਾ, ਫਕੀਰ ਉਹਨੂੰ ਸਮਝਾ ਰਹੇ ਹੈ ਕਿ ਰਾਜਾ ਗ੍ਰਹਿਾਂ ਦੇ ਭਰੋਸੇ ਨਹੀਂ ਰਹਿਣਾ, ਕਿਸਮਤ ਦੇ ਭਰੋਸੇ ਨਹੀਂ ਰਹਿਣਾ, ਕਿਉਂਕਿ ਜਦ ਵੀ ਕਾਮਯਾਬੀ ਮਿਲਦੀ ਹੈ ਤਾਂ ਇਨਸਾਨ ਨੂੰ ਮਿਹਨਤ ਦੇ ਨਾਲ ਮਿਲਦੀ ਹੈ। ਇਸ ਲਈ ਇੱਥੇ ਅਸੀਂ ਇਹ ਜੰਗ ਆਪਣੀ ਪੂਰੀ ਮਿਹਨਤ ਨਾਲ ਲੜਨੀ ਹੈ। ਯਾਨੀ ਇੱਕ ਪਾਸੇ ਫਕੀਰ, ਉਹਨਾਂ ਦੇ ਅੰਦਰੋਂ ਜਜ਼ਬਾ ਭਰ ਰਹੇ ਹੈ ਕੁਝ ਕਰਨ ਦਾ, ਤਾਂ ਦੂਜੇ ਪਾਸੇ ਉਹ ਤਸੱਲੀ ਨਾਲ ਬੈਠੇ ਹੋਏ ਹੈ ਕਿ ਗ੍ਰਹਿ ਹੈ ਸਾਡੇ ਨਾਲ, ਕਿਸਮਤ ਹੈ ਸਾਡੇ ਨਾਲ। ਆਖਿਰ ਦੋਨਾਂ ਸੈਨਾਵਾਂ ਦੇ ਵਿੱਚ ਯੁੱਧ ਹੋਇਆ। ਦੋਨਾਂ ਸੈਨਾਵਾਂ ਦੇ ਵਿੱਚ ਜਦੋਂ ਯੁੱਧ ਹੋਇਆ, ਔਰ ਇਹ ਯੁੱਧ ਵਿੱਚ ਜਿੱਤ ਕਿਹਦੀ ਹੋਈ? ਜਿਹਦੇ ਨਾਲ ਉਹ ਫਕੀਰ ਖੜੇ ਸੀ। ਹੁਣ ਜਿਸ ਵੇਲੇ ਇਹ ਰਾਜੇ ਨੂੰ ਬੰਦੀ ਬਣਾਇਆ ਗਿਆ, ਜਿਹੜਾ ਕਿਸਮਤ ਦੇ ਭਰੋਸੇ ਬੈਠਾ ਸੀ, ਇਹਨੂੰ ਬੰਦੀ ਬਣਾਇਆ ਗਿਆ, ਤਾਂ ਇਹਨਾਂ ਸਵਾਲ ਕੀਤਾ ਕਿ ਮੈਨੂੰ ਇੱਕ ਸਮਝ ਨਹੀਂ ਆਉਂਦੀ। ਫਕੀਰਾਂ ਨੂੰ ਪੁੱਛਿਆ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਉਸ ਜੋਤਸ਼ੀ ਨੇ ਤਾਂ ਕਿਹਾ ਸੀ ਕਿ ਭਾਈ ਗ੍ਰਹਿ ਤੇਰੇ ਨਾਲ ਹੈ, ਕਿਸਮਤ ਤੇਰੇ ਨਾਲ ਹੈ, ਤੈਨੂੰ ਜਿੱਤ ਜ਼ਰੂਰ ਮਿਲੇਗੀ, ਪਰ ਮੈਂ ਹਾਰ ਕਿੱਦਾਂ ਗਿਆ? ਤਾਂ ਉਸ ਵੇਲੇ ਫਕੀਰਾਂ ਨੇ ਇੱਕੋ ਹੀ ਗੱਲ ਕਹੀ, ਕਹਿੰਦੇ ਤੂੰ ਕਿਸਮਤ ਦੇ ਭਰੋਸੇ ਬੈਠਾ ਰਿਹਾ, ਤਾਂ ਇਸ ਰਾਜੇ ਨੇ ਕਰਮ ਤੇ ਜ਼ੋਰ ਦਿੱਤਾ, ਮਿਹਨਤ ਤੇ ਜ਼ੋਰ ਦਿੱਤਾ। ਔਰ ਮਿਹਨਤ ਕਰਨ ਵਾਲਾ ਜੋ ਇਨਸਾਨ ਹੁੰਦਾ ਹੈ, ਉਹ ਆਪਣੀ ਮਿਹਨਤ ਦੇ ਨਾਲ ਆਪਣੀ ਕਿਸਮਤ ਨੂੰ ਵੀ ਬਦਲ ਦਿੰਦਾ ਹੈ। ਯਾਨੀ ਕਿਸਮਤ ਕਹਿੰਦੇ ਕਿਹਨੂੰ ਹੈ ਕਿ ਜੋ ਅਸੀਂ ਅੱਜ ਕਰਮ ਕਰਦੇ ਹਾਂ, ਸਾਨੂੰ ਫਲ ਵੀ ਉਹਦੇ ਮੁਤਾਬਿਕ ਹੀ ਮਿਲਣਾ ਹੈ। ਜੇ ਬੰਦਾ ਸੋਚੇ, ਫਰਜ਼ ਕਰੋ ਕਿ ਮੇਰੀ ਕਿਸਮਤ 'ਚ ਹੋਇਆ ਪਾਣੀ ਮਿਲਣਾ ਤਾਂ ਪਾਣੀ ਮਿਲ ਜਾਏਗਾ, ਜੇ ਨਹੀਂ ਹੋਇਆ ਤਾਂ ਨਹੀਂ ਮਿਲਣਾ, ਮੈਂ ਬੈਠਾ ਰਵਾਂ, ਤਾਂ ਇਦਾਂ ਜਲ ਸਾਡੇ ਤੱਕ ਨਹੀਂ ਆਣਾ। ਅਗਰ ਅਸੀਂ ਪਿਆਸੇ ਹਾਂ, ਪਾਣੀ ਨੂੰ ਪ੍ਰਾਪਤ ਕਰਨਾ ਚਾਹੁੰਦੇ, ਤਾਂ ਉਹਦੇ ਵਾਸਤੇ ਸਾਨੂੰ ਕਰਮ ਕਰਨਾ ਪੈਣਾ ਹੈ, ਕਦਮ ਵਧਾਉਣਾ ਪੈਣਾ ਹੈ। ਇਸ ਲਈ ਜੀਵਨ ਦੇ ਵਿੱਚ ਜਿੱਦਾਂ ਕਿਹਾ ਹੈ ਕਿ ਜੋ ਕਿਸਮਤ 'ਚ ਹੈ, ਅਗਰ ਉਹੀ ਮਿਲਣਾ ਤਾਂ ਸਾਨੂੰ ਗੋਲ ਸੈੱਟ ਕਰਨ ਦੀ ਕੀ ਜ਼ਰੂਰਤ ਹੈ? ਤਾਂ ਇੱਕ ਗੱਲ ਯਾਦ ਰੱਖੋ ਕਿ ਫਰਜ਼ ਕਰੋ ਹੁਣ ਇੱਕ ਬੱਚਾ ਜਦੋਂ ਜਨਮ ਲੈਂਦਾ ਹੈ, ਥੋੜਾ ਬੜਾ ਹੁੰਦਾ ਹੈ, ਉਹਦੇ ਮਨ ਦੀ ਸੋਚ ਹੁੰਦੀ ਹੈ ਕਿ ਮੈਂ ਡਾਕਟਰ ਬਣਨਾ ਹੈ। ਹੁਣ ਜ਼ਰਾ ਸੋਚੋ, ਜੇ ਹੁਣ ਬੱਚਾ ਸੋਚੇ ਕਿ ਜੇ ਮੇਰੀ ਕਿਸਮਤ 'ਚ ਹੋਇਆ ਡਾਕਟਰ ਬਣਨਾ ਤਾਂ ਮੈਂ ਡਾਕਟਰ ਬਣ ਜਾਊਂਗਾ, ਜੇ ਨਹੀਂ ਹੋਇਆ ਤਾਂ ਨਹੀਂ।
ਉਹ ਮਿਹਨਤ ਹੀ ਨਾ ਕਰੇ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਇੱਕ ਬੱਚਾ ਕਹਿੰਦਾ ਹੈ ਕਿ ਮੇਰੀ ਇੱਛਾ ਹੈ, ਮੇਰਾ ਗੋਲ ਹੈ ਡਾਕਟਰ ਬਣਨਾ, ਔਰ ਉਹਦੇ ਵਾਸਤੇ ਉਹ ਦਿਨ ਰਾਤ ਮਿਹਨਤ ਕਰਨੀ ਸ਼ੁਰੂ ਕਰ ਦਿੰਦਾ ਹੈ। ਉਹ ਦਿਨ ਰਾਤ ਮਿਹਨਤ ਕਰਦਾ ਹੈ ਤਾਂ ਮਿਹਨਤ ਕਰਨ ਵਾਲੇ ਨੂੰ ਉਹਦੀ ਮੰਜ਼ਿਲ ਵੀ ਜ਼ਰੂਰ ਮਿਲ ਜਾਂਦੀ ਹੈ। ਜਿੱਦਾਂ ਐਡੀਸਨ ਨੂੰ ਵੀ ਜਦੋਂ ਬੱਲਬ ਦੀ ਤਲਾਸ਼ ਕਰ ਰਿਹਾ ਸੀ, ਯਾਨੀ ਉਸਨੇ ਬੱਲਬ ਤਿਆਰ ਕਰਨਾ ਸੀ, ਤਾਂ ਐਡੀਸਨ ਖੋਜ ਕਰ ਰਿਹਾ ਸੀ। ਔਰ ਦੱਸਿਆ ਜਾਂਦਾ ਹੈ ਕਿ ਕਈ ਹਜ਼ਾਰ ਅਵਿਸ਼ਕਾਰ ਉਹਨੇ ਕੀਤੇ, ਜਿਹ 'ਚ ਫੇਲ ਹੋਇਆ। ਲੋਕਾਂ ਨੇ ਵੀ ਉਹਨੂੰ ਕਿਹਾ ਉਹ ਐਡੀਸਨ ਛੱਡ ਦੇ, ਉਹ ਨਹੀਂ ਹੋਣਾ, ਇੰਨੀ ਮਿਹਨਤ ਕਰ ਲਈ, ਇੰਨੇ ਦਿਨ ਹੋ ਗਏ, ਸਫਲਤਾ ਨਹੀਂ ਮਿਲ ਰਹੀ। ਪਰ ਐਡੀਸਨ ਨੇ ਉਹ ਮਿਹਨਤ ਜਾਰੀ ਰੱਖੀ, ਮਿਹਨਤ ਜਾਰੀ ਰੱਖੀ ਤਾਂ ਇੱਕ ਟਾਈਮ ਆਇਆ, ਇੱਕ ਵਕਤ ਆਇਆ ਜਦੋਂ ਉਸਨੂੰ ਉਹਦੀ ਮੰਜ਼ਿਲ ਵੀ ਮਿਲ ਗਈ। ਕਿਉਂਕਿ ਅੱਜ ਇਨਸਾਨ ਸੋਚੇ, ਇੱਕ ਵਾਰ ਮਿਹਨਤ ਕਰਦਾ ਹੈ, ਦੂਜੀ ਵਾਰ ਕਰਦਾ ਹੈ ਕੋਸ਼ਿਸ਼, ਤੀਜੀ ਵਾਰ ਕਰਦਾ ਹੈ, ਜੇ ਅਗਰ ਅਸਫਲਤਾ ਮਿਲ ਜਾਂਦੀ ਤਾਂ ਬੰਦਾ ਮੱਥੇ ਤੇ ਹੱਥ ਰੱਖ ਕੇ ਬਹਿ ਜਾਂਦਾ ਕਿ ਮੇਰੀ ਕਿਸਮਤ 'ਚ ਹੈ ਨਹੀਂ ਤਾਂ ਮੈਨੂੰ ਕਾਮਯਾਬੀ ਨਹੀਂ ਮਿਲੀ। ਨਹੀਂ, ਕਾਮਯਾਬ ਹਮੇਸ਼ਾ ਉਹੀ ਹੁੰਦੇ ਹੈ ਜੋ ਕਿਸਮਤ ਤੇ ਨਹੀਂ, ਆਪਣੀ ਕਰਨੀ ਤੇ ਯਕੀਨ ਰੱਖਦੇ ਹੈ, ਆਪਣੀ ਕਰਨੀ ਤੇ ਵਿਸ਼ਵਾਸ ਰੱਖਦੇ ਹੈ। ਸਮਝ ਆ ਰਹੀ ਹੈ ਕਿ ਨਹੀਂ? ਇਸ ਲਈ ਇਹਨੂੰ ਇਸੇ ਤਰ੍ਹਾਂ ਸਮਝੋ ਕਿ ਆਉਣ ਵਾਲਾ ਦਿਨ, ਆਉਣ ਵਾਲਾ ਭਵਿੱਖ, ਜੇ ਬੰਦਾ ਕਵੇ ਕਿ ਕਿਹਦੇ ਹੱਥ ਵਿੱਚ ਹੈ, ਤਾਂ ਉਹ ਭਗਵਾਨ ਦੇ ਹੱਥ 'ਚ ਨਹੀਂ ਹੈ ਜਾਂ ਕਿਸੇ ਹੋਰ ਦੇ ਹੱਥ 'ਚ ਨਹੀਂ ਹੈ, ਉਹ ਤੁਹਾਡੇ ਆਪਣੇ ਹੱਥ ਵਿੱਚ ਹੈ। ਕਿਉਂਕਿ ਭਵਿੱਖ ਕਿਹਨੂੰ ਕਹਿੰਦੇ ਹੈ? ਭਵਿੱਖ ਕਹਿੰਦੇ ਆ ਆਉਣ ਵਾਲੇ ਅਗਲੇ ਪਲ ਨੂੰ, ਆਉਣ ਵਾਲੀ ਅਗਲੀ ਘੜੀ ਨੂੰ। ਔਰ ਆਉਣ ਵਾਲਾ ਅਗਲਾ ਪਲ, ਆਉਣ ਵਾਲੀ ਅਗਲੀ ਘੜੀ, ਤੁਸੀਂ ਜੋ ਪ੍ਰਾਪਤ ਕਰਨਾ ਚਾਹੁੰਦੇ ਹੋ ਉਹਦੇ ਵਾਸਤੇ ਮਿਹਨਤ ਤੁਹਾਨੂੰ ਹੁਣੇ ਸ਼ੁਰੂ ਕਰਨੀ ਪਏਗੀ। ਹੁਣ ਫਰਜ਼ ਕਰੋ ਇੱਕ ਕਿਸਾਨ ਚਾਹੁੰਦਾ ਹੈ ਕਿ ਮੈਨੂੰ ਕਣਕ ਮਿਲੇ, ਗੇਹੂੰ ਮਿਲੇ, ਤਾਂ ਹੁਣ ਗੇਹੂੰ ਉਹਨੂੰ ਠੀਕ ਹੈ 4 ਮਹੀਨੇ 6 ਮਹੀਨੇ ਬਾਅਦ ਮਿਲੇਗਾ, ਪਰ ਸ਼ੁਰੂਆਤ ਉਹਨੂੰ, ਦਾਣਾ ਉਹਨੂੰ ਅੱਜ ਹੀ ਬੀਜਣਾ ਪਏਗਾ। ਕਿਉਂਕਿ ਅਸੀਂ ਦੇਖਦੇ ਨਾ ਕਿ ਜਿਹੜੀ ਬਿਜਾਈ ਹੁੰਦੀ ਹੈ ਸ਼ਾਇਦ ਨਵੰਬਰ ਦਸੰਬਰ ਦੇ ਵਿੱਚ, ਅਕਤੂਬਰ ਨਵੰਬਰ ਵਿੱਚ ਖੇਤਾਂ 'ਚ ਬਿਜਾਈ ਹੁੰਦੀ ਹੈ, ਤਾਂ ਫਸਲ ਜਾ ਕੇ ਅਸੀਂ ਕੱਟਦੇ ਹਾਂ ਅਪ੍ਰੈਲ ਦੇ ਵਿੱਚ, ਵਿਸਾਖੀ ਤੋਂ ਬਾਅਦ। ਹੁਣ ਉਹ 6 ਮਹੀਨੇ ਪਹਿਲਾਂ ਦੀ ਕੀਤੀ ਹੋਈ ਤਿਆਰੀ ਹੀ ਇਸ ਫਸਲ ਤੱਕ ਲੈ ਕੇ ਆਂਦੀ ਹੈ। ਇਸੇ ਤਰ੍ਹਾਂ ਅਗਰ ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲਾ ਸਮਾਂ ਸਾਡਾ ਖੁਸ਼ੀਆਂ ਭਰਿਆ ਹੋਵੇ, ਤਾਂ ਅੱਜ ਹੀ ਸਾਨੂੰ ਖੁਸ਼ੀਆਂ ਦੇ ਬੀਜ, ਯਾਨੀ ਉਹ ਕਰਨੀ ਦੇ ਬੀਜ ਬੋਣੇ ਪੈਣਗੇ ਕਿ ਜਿਹੜਾ ਆਉਣ ਵਾਲਾ ਸਮਾਂ ਸਾਡਾ ਖੁਸ਼ੀਆਂ ਭਰਿਆ, ਕਾਮਯਾਬੀ ਭਰਿਆ ਹੋਵੇ। ਜੇ ਅੱਜ ਇਨਸਾਨ ਬੁਰਾਈ ਕਰਦਾ ਹੈ, ਬੁਰਾ ਕਰਦਾ ਹੈ, ਤਾਂ ਫਿਰ ਇਨਸਾਨ ਨੂੰ ਉਦਾਂ ਦਾ ਫਲ ਮਿਲਣਾ। ਤਾਂ ਜੇ ਅੱਜ ਇਨਸਾਨ ਅੱਛਾ ਕਰਦਾ ਹੈ ਤਾਂ ਫਿਰ ਉਹਨੂੰ ਉਹਦੇ ਮੁਤਾਬਿਕ ਫਲ ਮਿਲਣਾ ਹੈ। ਇਸ ਲਈ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਜੇ ਤੁਸੀਂ ਫਿਊਚਰ ਵਿੱਚ ਯਾਨੀ ਆਉਣ ਵਾਲੇ ਕੱਲ ਦੇ ਵਿੱਚ ਚਾਹੁੰਦੇ ਹੋ ਕਿ ਮੈਨੂੰ ਆਹ ਚੀਜ਼ ਮਿਲੇ, ਤਾਂ ਉਹਦੀ ਤਿਆਰੀ ਸਾਨੂੰ, ਮਿਹਨਤ ਸਾਨੂੰ ਅੱਜ ਹੀ ਕਰਨੀ ਪੈਣੀ ਹੈ। ਤਾਂ ਹੀ ਕਿਹਾ ਜਾਂਦਾ ਨਾ ਕਿ ਖੁਦ ਹੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲੇ खुदा बंदे से खुद पूछे बता तेरी रजा क्या है। खुद ही को कर बुलंद इतना। ਹੁਣ ਖੁਦ ਹੀ ਨੂੰ ਅਸੀਂ ਬੁਲੰਦ ਕਿੱਦਾਂ ਕਰ ਸਕਦੇ ਹਾਂ? ਆਪਣੀ ਮਿਹਨਤ ਦੇ ਨਾਲ, ਆਪਣੀ ਮਿਹਨਤ ਦੇ ਨਾਲ ਅਸੀਂ ਆਪਣੇ ਆਪ ਨੂੰ ਉਸ ਉਚਾਈ ਤੇ ਲੈ ਕੇ ਜਾ ਸਕਦੇ ਹਾਂ। ਇਹਦਾ ਅਰਥ ਵੀ ਇਹੀ ਹੈ ਕਿ ਇਹ ਬੰਦਿਆ ਕਿ ਆਪਣੇ ਆਪ ਨੂੰ ਮਿਹਨਤ ਕਰਕੇ ਉੱਥੇ ਤੱਕ ਲੈ ਜਾ ਕਿ ਤੂੰ ਜੋ ਚਾਹੁੰਦਾ ਹੈ ਆਪ ਹੀ ਉਹਨੂੰ ਪ੍ਰਾਪਤ ਕਰ ਸਕੇ, ਤੈਨੂੰ ਕਿਸੇ ਕਿਸਮਤ ਦੇ ਭਰੋਸੇ ਬੈਠਣਾ ਨਾ ਪਵੇ। ਔਰ ਇਹ ਗੱਲ ਹਮੇਸ਼ਾ ਯਾਦ ਰੱਖੋ ਕਿ ਉਹ ਪ੍ਰਮਾਤਮਾ, ਉਹ ਪ੍ਰਭੂ ਨੇ ਹਰ ਇੱਕ ਇਨਸਾਨ ਵਾਸਤੇ ਕਾਮਯਾਬੀ ਰੱਖੀ ਹੋਈ ਹੈ, ਪਰ ਮਿਲਦੀ ਉਹਨੂੰ ਹੈ ਜਿਹੜਾ ਮਿਹਨਤ ਕਰਨ ਨੂੰ ਤਿਆਰ ਹੈ। ਸਮਝ ਆ ਰਹੀ ਹੈ ਕਿ ਨਹੀਂ? ਜਿਸ ਤਰ੍ਹਾਂ ਸਮਝ ਲਓ 10 ਕਿਸਾਨ ਹੈ, 10 ਕਿਸਾਨਾਂ ਕੋਲ ਜ਼ਮੀਨ ਹੈ। ਹੁਣ ਹਰ ਜ਼ਮੀਨ 'ਚੋਂ ਫਸਲ ਪੈਦਾ ਹੋ ਸਕਦੀ ਹੈ, ਪਰ ਪੈਦਾ ਉਸੇ ਕਿਸਾਨ ਦੀ ਜ਼ਮੀਨ 'ਚੋਂ ਹੋਏਗੀ ਜਿਹੜਾ ਉੱਥੇ ਮਿਹਨਤ ਕਰੇਗਾ। ਤਾਂ ਜਿਹੜਾ ਕਿਸਾਨ ਘਰੇ ਹੀ ਬੈਠਾ ਰਹੇਗਾ ਔਰ ਸੋਚੇਗਾ ਕਿ ਕਿਸਮਤ 'ਚ ਹੋਇਆ ਤਾਂ ਬੀਜ ਉੱਗ ਜਾਏਗਾ, ਕਿਸਮਤ 'ਚ ਹੋਇਆ ਤਾਂ ਫਸਲ ਮਿਲ ਜਾਏਗੀ, ਕਿਸਮਤ 'ਚ ਹੋਇਆ ਤਾਂ ਫਸਲ ਘਰ ਆ ਜਾਏਗੀ। ਜੇ ਇਨਸਾਨ ਇਹੀ ਸੋਚ ਕੇ ਕਿਸਾਨ ਬੈਠਾ ਰਵੇ ਤਾਂ ਫਿਰ ਫਸਲ ਕਦੀ ਵੀ ਉਹਦੇ ਘਰ ਤੱਕ ਨਹੀਂ ਆਉਂਦੀ। ਪਰ ਜਿਹੜਾ ਕਿਸਾਨ ਜਾ ਕੇ ਜ਼ਮੀਨ ਤੇ ਹਲ ਜੋਤਦਾ ਹੈ, ਮਿਹਨਤ ਕਰਦਾ ਹੈ, ਬੀਜ ਬੋਂਦਾ ਹੈ, ਫਿਰ ਇੱਕ ਦਿਨ ਫਸਲ ਵੀ ਉਹਦੇ ਘਰ ਤੱਕ ਪਹੁੰਚਦੀ ਹੈ। ਸੋ ਕਿਸਮਤ ਦੇ ਭਰੋਸੇ ਰਹਿਣ ਵਾਲੇ ਜਿਹੜੇ ਹੈ ਉਹ ਹਮੇਸ਼ਾ ਦੁਖੀ ਰਹਿਣਗੇ, ਉਹ ਹਮੇਸ਼ਾ ਨਿਰਾਸ਼ ਰਹਿਣਗੇ, ਉਦਾਸ ਰਹਿਣਗੇ, ਕੋਸਦੇ ਰਹਿਣਗੇ ਕਿਸਮਤ ਨੂੰ, ਕੋਸਦੇ ਰਹਿਣਗੇ ਪ੍ਰਮਾਤਮਾ ਨੂੰ। ਪਰ ਜਿਹੜੇ ਮਿਹਨਤ ਕਰਨ ਵਾਲੇ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਅੱਜ ਮੈਂ ਕਰਮ ਕਰੂੰਗਾ, ਤਾਂ ਜਿੱਦਾਂ ਸ਼੍ਰੀ ਕ੍ਰਿਸ਼ਨ ਨੇ ਕਿਹਾ ਕਰਮ ਕਰ ਫਲ ਦੀ ਚਿੰਤਾ ਨਾ ਕਰ। ਇਹਨੂੰ ਕਰਮ ਤੇ ਉਹਨਾਂ ਨੇ ਜ਼ੋਰ ਦਿੱਤਾ ਕਿ ਤੂੰ ਕਰਮ ਕਰ, ਫਲ ਦੀ ਚਿੰਤਾ ਕਿਉਂ ਨਾ ਕਰ। ਉਹ ਕਹਿੰਦੇ ਕਈ ਹੁੰਦੇ ਹੈ ਉਹ ਫਲ ਬਾਰੇ ਸੋਚਦੇ ਰਹਿੰਦੇ ਹੈ, ਔਰ ਜਦੋਂ ਫਲ ਬਾਰੇ ਸੋਚਦੇ ਰਵਾਂਗੇ ਤਾਂ ਕਰਮ ਤੇ ਅਸੀਂ ਪੂਰਾ ਜ਼ੋਰ ਨਹੀਂ ਦੇ ਪਾਵਾਂਗੇ। ਹੁਣ ਜਿੱਦਾਂ ਫਰਜ਼ ਕਰੋ
ਇੱਕ ਬੱਚਾ ਸੋਚੇ ਕਿ ਜਦੋਂ ਮੈਂ ਪਾਸ ਹੋ ਗਿਆ ਤਾਂ ਮੈਂ ਇਦਾਂ ਪਾਰਟੀ ਕਰਨੀ ਹੈ, ਜਦੋਂ ਮੈਂ ਪਾਸ ਹੋ ਗਿਆ ਇਦਾਂ ਆਪਣੇ ਦੋਸਤਾਂ ਨਾਲ ਇੱਥੇ ਘੁੰਮਣ ਜਾਣਾ ਹੈ, ਜਦੋਂ ਪਾਸ ਹੋ ਗਿਆ ਆਪਣੇ ਦੋਸਤਾਂ ਨਾਲ ਇੱਥੇ ਬੈਠਣਾ ਹੈ। ਹੁਣ ਉਹ ਫਲ ਦੀ ਪਹਿਲੀ ਪਲੈਨਿੰਗ ਕਰ ਰਿਹਾ ਹੈ, ਪਰ ਅੱਜ ਕਰਮ ਤੇ ਜ਼ੋਰ ਨਹੀਂ ਦੇ ਰਿਹਾ। ਜੇ ਕਾਮਯਾਬ ਹੋਣਾ ਤਾਂ ਅੱਜ ਆਪਣੀ ਕਰਨੀ ਤੇ ਜ਼ੋਰ ਦੇਣਾ ਪੈਣਾ ਹੈ, ਕਿਉਂਕਿ ਜੇ ਅੱਜ ਕਰਨੀ ਸਾਡੀ, ਕਰਮ ਸਾਡਾ ਅੱਛਾ ਹੋਏਗਾ ਤਾਂ ਫਲ ਆਪਣੇ ਆਪ ਹੀ ਨੈਚੁਰਲੀ ਅੱਛਾ ਆਏਗਾ। ਅੱਜ ਅਸੀਂ ਵੈਸਟ ਕਰਨ ਤੇ ਜ਼ੋਰ ਦਈਏ, ਉਹ ਕਹਿੰਦੇ ਅੱਜ ਦਾ ਕੀਤਾ ਵੈਸਟ ਤੇਰੇ ਵਾਸਤੇ ਫਲ ਵੀ ਵੈਸਟ ਹੀ ਲੈ ਕੇ ਆਏਗਾ। ਤਾਂ ਜੇ ਅੱਜ ਦਾ ਟਾਈਮ ਹੈ ਤੇ ਕੋ ਮਿਹਨਤ ਦਾ, ਉਹ ਮਿਹਨਤ ਕਰਨ ਵਾਲਾ ਟਾਈਮ ਤੂੰ ਆਪਣੇ ਖਿਆਲਾਂ 'ਚ, ਆਪਣੀਆਂ ਸੋਚਾਂ 'ਚ ਹੀ ਗੁਜ਼ਾਰੀ ਜਾਵੇਂ ਫਲ ਬਾਰੇ ਸੋਚ ਕੇ, ਤਾਂ ਜਦੋਂ ਮਿਹਨਤ ਹੀ ਤੇਰੀ ਘੱਟ ਹੋਏਗੀ ਤਾਂ ਫਿਰ ਫਲ ਅੱਛਾ ਮਿਲ ਹੀ ਨਹੀਂ ਸਕਦਾ ਤੈਨੂੰ। ਇਹਨੂੰ ਕਹਿੰਦੇ ਕਿ ਕਰਮ ਕਰ, ਫਲ ਦੀ ਚਿੰਤਾ ਨਾ ਕਰ। ਮਤਲਬ ਜੋ ਅੱਜ ਤੇਰੇ ਹੱਥ 'ਚ ਹੈ ਉੱਥੇ ਅਸੀਂ ਮਿਹਨਤ ਕਰੀਏ। ਔਰ ਮਿਹਨਤ ਕਰਨ ਵਾਸਤੇ ਵੀ ਜਿੱਦਾਂ ਕਹਿੰਦੇ ਗੋਲ ਸੈਟਿੰਗ ਕਰਨਾ ਸਾਡੇ ਵਾਸਤੇ ਜ਼ਰੂਰੀ ਹੈ, ਕਿਉਂਕਿ ਅਸੀਂ ਜਿੱਥੇ ਜਾਣਾ ਚਾਹੁੰਦੇ ਹਾਂ ਕਮ ਸੇ ਕਮ ਸਾਨੂੰ ਪਤਾ ਤਾਂ ਹੋਣਾ ਚਾਹੀਦਾ ਨਾ ਕਿ ਸਾਡੀ ਮੰਜ਼ਿਲ ਕੀ ਹੈ। ਹੁਣ ਫਰਜ਼ ਕਰੋ ਇੱਕ ਬੱਚੇ ਨੂੰ ਪਤਾ ਹੈ ਕਿ ਮੈਂ ਡਾਕਟਰ ਬਣਨਾ ਹੈ, ਤਾਂ ਹੁਣ ਉਹਨੂੰ ਪਤਾ ਮੇਰੀ ਮੰਜ਼ਿਲ ਡਾਕਟਰ ਹੈ, ਤਾਂ ਉਹਦਾ ਉਸ ਹਿਸਾਬ ਨਾਲ ਹੀ ਪਹਿਲਾਂ ਹੀ ਤਿਆਰੀ ਕਰਨੀ ਹੈ, ਉਹ ਉਸ ਹਿਸਾਬ ਨਾਲ ਪੜ੍ਹਾਈ ਕਰੇਗਾ। ਇੱਕ ਬੰਦੇ ਨੂੰ ਪਤਾ ਹੈ ਮੈਂ ਇੰਜੀਨੀਅਰ ਬਣਨਾ ਹੈ, ਤਾਂ ਉਹਨੇ ਉਸ ਹਿਸਾਬ ਨਾਲ ਤਿਆਰੀ ਕਰਨੀ ਹੈ। ਤਾਂ ਜਿਹਨੂੰ ਆਪਣੀ ਮੰਜ਼ਿਲ ਦਾ ਹੀ ਪਤਾ ਨਾ ਹੋਵੇ, ਜ਼ਰਾ ਸਮਝੋ ਸਾਰੇ ਜੀ, ਜਿੱਦਾਂ ਹੁਣ ਫਰਜ਼ ਕਰੋ ਉਦਾਹਰਨ ਦੇ ਤੌਰ ਤੇ ਤੁਹਾਡੇ ਸਾਹਮਣੇ ਦੀਵਾਰ ਹੈ, ਅਗਰ ਅਸੀਂ ਤੁਹਾਡੇ ਹੱਥ ਵਿੱਚ ਇੱਕ ਬਾਲ ਦਈਏ ਔਰ ਤੁਹਾਨੂੰ ਕਹੀਏ ਦੀਵਾਰ ਤੇ ਮਾਰੋ, ਤਾਂ ਤੁਸੀਂ ਬੜੀ ਆਸਾਨੀ ਨਾਲ ਦੀਵਾਰ ਤੇ ਮਾਰ ਦੇਣੀ ਹੈ, ਕਿਉਂਕਿ ਤੁਹਾਨੂੰ ਪਤਾ ਟਾਰਗੇਟ ਹੈ ਮੇਰਾ ਇਹ। ਸਮਝਦੇ ਹੋ ਕਿ ਨਹੀਂ? ਹੁਣ ਐਡੀ ਵੱਡੀ ਦੀਵਾਰ ਹੈ, ਤੁਸੀਂ ਬਾਲ ਦੀਵਾਰ ਤੇ ਮਾਰ ਦੇਣੀ ਹੈ ਕਿਉਂਕਿ ਤੁਹਾਨੂੰ ਪਤਾ ਟਾਰਗੇਟ ਹੈ। ਪਰ ਜੇ ਹੁਣ ਤੁਹਾਡੀਆਂ ਅੱਖਾਂ ਦੇ ਉੱਪਰ ਇੱਕ ਪੱਟੀ ਬੰਨ੍ਹ ਦਿੱਤੀ ਜਾਵੇ, ਬਾਲ ਤੁਹਾਡੇ ਹੱਥ 'ਚ ਹੈ, ਤੁਹਾਡੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਜਾਵੇ ਔਰ ਅਸੀਂ ਤੁਹਾਨੂੰ ਗੋਲ ਚੱਕਰ ਲਵਾ ਦਈਏ ਇੱਕ ਦੋ, ਯਾਨੀ ਫੜ ਕੇ ਅੱਖਾਂ ਦੇ ਪੱਟੀ ਬੰਨ੍ਹ ਕੇ ਘੁਮਾ ਦਈਏ ਔਰ ਹੁਣ ਕਹੀਏ ਬਾਲ ਦੀਵਾਰ ਤੇ ਮਾਰ, ਤੁਸੀਂ ਕਨਫਿਊਜ਼ ਹੋ, ਕਿਉਂਕਿ ਤੁਹਾਨੂੰ ਹੁਣ ਪਤਾ ਹੀ ਨਹੀਂ ਮੇਰੀ ਦਿਸ਼ਾ ਕਿਹੜੀ ਹੈ, ਮੈਂ ਬਾਲ ਮਾਰਨੀ ਕਿੱਧਰ, ਉਹ ਦੀਵਾਰ ਕਿੱਥੇ ਹੈ। ਤਾਂ ਬਾਲ ਤੁਸੀਂ ਮਾਰ ਹੀ ਨਹੀਂ ਪਾਣਾ, ਔਰ ਜੇ ਮਾਰੋਗੇ ਵੀ ਤਾਂ ਸ਼ਾਇਦ ਉਹ ਦੀਵਾਰ ਦੀ ਬਜਾਏ ਤੁਸੀਂ ਕਿਤੇ ਹੋਰ ਮਾਰੋ, ਕਿਉਂਕਿ ਤੁਹਾਨੂੰ ਦੀਵਾਰ ਨਜ਼ਰ ਹੀ ਨਹੀਂ ਆ ਰਹੀ। ਸਮਝ ਆ ਰਹੀ ਹੈ ਸਾਡੀ ਗੱਲ? ਇਸ ਲਈ ਜਦੋਂ ਇੱਕ ਸਪੈਸ਼ਲ ਟਾਰਗੇਟ ਜੋ ਸਾਡੀ ਸੋਚ ਹੁੰਦੀ ਹੈ ਸਾਨੂੰ ਨਜ਼ਰ ਆਉਂਦਾ ਹੈ, ਤਾਂ ਫਿਰ ਅਸੀਂ ਪੂਰੀ ਤਰ੍ਹਾਂ ਉਧਰ ਮਿਹਨਤ ਕਰਦੇ ਹਾਂ। ਬੋਲੋ ਸਮਝਦੇ ਹੋ ਕਿ ਨਹੀਂ? ਤਾਂ ਜੇ ਸਾਨੂੰ ਨਜ਼ਰ ਹੀ ਨਾ ਆਵੇ ਤਾਂ ਫਿਰ ਇਨਸਾਨ ਥੋੜਾ ਇੱਧਰ ਮਿਹਨਤ ਕਰੇਗਾ, ਥੋੜਾ ਉੱਧਰ ਕਰੇਗਾ, ਤਾਂ ਇਦਾਂ ਬੰਦੇ ਦਾ ਟਾਈਮ ਵੀ ਗੁਜ਼ਰਦਾ ਜਾਏਗਾ, ਤਾਂ ਜੀਵਨ 'ਚ ਕਾਮਯਾਬੀ ਬੰਦੇ ਨੂੰ ਨਹੀਂ ਮਿਲੇਗੀ। ਇਹ ਤਾਂ ਉਹੀ ਹਾਲ ਹੋਏਗਾ ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਇੱਕ ਕਿਸਾਨ ਨੇ ਆਪਣੀ ਜ਼ਮੀਨ 'ਚ ਕੂਆਂ ਖੋਦਣਾ ਸੀ। ਉਹਨੇ ਪਹਿਲਾਂ ਇੱਕ ਜਗ੍ਹਾ 10 ਫੁੱਟ ਦਾ ਗੱਡਾ ਖੋਦਿਆ, ਦੇਖਿਆ 10 ਫੁੱਟ ਖੋਦ ਕੇ ਪਾਣੀ ਨਹੀਂ ਆਇਆ, ਫਿਰ ਦੂਜੀ ਜਗ੍ਹਾ ਖੋਦਿਆ 10 ਫੁੱਟ, ਉੱਥੇ ਵੀ ਦੇਖਿਆ ਪਾਣੀ ਨਹੀਂ ਆਇਆ, ਫਿਰ ਤੀਜੀ ਜਗ੍ਹਾ ਖੋਦਿਆ, ਫਿਰ ਚੌਥੀ ਜਗ੍ਹਾ ਖੋਦਿਆ, ਇੱਦਾਂ ਕਰਦਾ ਕਰਦਾ ਉਹਨੇ 20 ਜਗ੍ਹਾ ਗੱਡਾ ਖੋਦਿਆ 10-10 ਫੁੱਟ ਦਾ, ਪਰ ਪਾਣੀ ਕਿਤੇ ਨਹੀਂ ਮਿਲਿਆ। ਤਾਂ ਇੱਕ ਫਕੀਰ ਆਪਣੇ ਸੇਵਕਾਂ ਨੂੰ ਉੱਥੋਂ ਦੀ ਜਾ ਰਹੇ ਸੀ, ਜਦੋਂ ਫਕੀਰਾਂ ਨੇ ਗੱਡੇ ਖੁੱਦੇ ਦੇਖੇ ਤਾਂ ਉਹਨਾਂ ਨੇ ਆਪਣੇ ਸੇਵਕਾਂ ਨੂੰ ਹੱਸ ਕੇ ਕਿਹਾ ਕਿ ਜ਼ਰਾ ਦੇਖੋ। ਤਾਂ ਸੇਵਕ ਕਹਿਣ ਲੱਗੇ ਮਹਾਰਾਜ ਇਹ ਇੰਨੇ ਗੱਡੇ ਕਿਹਨਾਂ ਖੋਦੇ ਹੈ? ਤਾਂ ਉਸ ਲਈ ਫਕੀਰ ਕਹਿੰਦੇ ਇਹ ਜਿਹਦੀ ਜ਼ਮੀਨ ਹੈ ਨਾ ਉਸ ਕਿਸਾਨ ਨੇ ਪਾਣੀ ਦੀ ਖਾਤਰ ਇਹ ਗੱਡੇ ਖੋਦੇ ਹੈ। ਕਹਿੰਦੇ ਦੇਖੋ 10-10 ਫੁੱਟ ਦੇ ਇਹ 20 ਗੱਡੇ ਉਹਨੇ ਖੋਦੇ ਹੈ, ਪਰ ਪਾਣੀ ਉਹਨੂੰ ਨਹੀਂ ਮਿਲਿਆ। ਮਿਹਨਤ ਵੀ ਕੀਤੀ ਔਰ ਪਾਣੀ ਦੀ ਪ੍ਰਾਪਤੀ ਵੀ ਉਹਨੂੰ ਨਹੀਂ ਹੋਈ। ਤਾਂ ਜ਼ਰਾ ਸੋਚੋ ਜੇ ਇੱਕੋ ਹੀ ਜਗ੍ਹਾ ਉਹ ਇੰਨੀ ਮਿਹਨਤ ਕਰਦਾ, 20 ਜਗ੍ਹਾ 10-10 ਫੁੱਟ ਖੋਦਣ ਨਾਲੋਂ ਇੱਕੋ ਹੀ ਜਗ੍ਹਾ ਖੋਦਦਾ ਤਾਂ ਉਹਨਾਂ ਪਾਣੀ ਤੱਕ ਪਹੁੰਚ ਜਾਣਾ ਸੀ। ਕਿਉਂਕਿ ਜਦੋਂ ਇੱਕੋ ਹੀ ਜਗ੍ਹਾ ਪੂਰੀ ਮਿਹਨਤ ਕੀਤੀ ਜਾਵੇ ਤਾਂ ਕਾਮਯਾਬੀ ਵੀ ਇਨਸਾਨ ਨੂੰ ਜ਼ਰੂਰ ਮਿਲਦੀ ਹੈ। ਅੱਜ ਅਸੀਂ ਕਿਸੇ ਨੂੰ ਵੀ ਲੈ ਲਈਏ, ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਫਰਜ਼ ਕਰੋ ਸਚਿਨ ਤੰਦੂਲਕਰ ਦੀ ਮਿਸਾਲ ਲੈ ਲਈਏ ਕਿ ਸਚਿਨ ਤੰਦੂਲਕਰ ਨੇ ਬੈਟਿੰਗ ਤੇ ਜ਼ੋਰ ਦਿੱਤਾ, ਬੋਲੋ ਸਮਝਦੇ ਹੋ ਕਿ ਨਹੀਂ? ਉਹਨੇ ਬੈਟਿੰਗ ਤੇ ਜ਼ੋਰ ਦਿੱਤਾ ਤਾਂ ਬੈਟਸਮੈਨ ਬਣਿਆ ਉਹ। ਤਾਂ ਜੇ ਸੋਚੋ ਕਿ ਸਚਿਨ ਕਹਿੰਦਾ ਇੱਕ ਦਿਨ ਪ੍ਰੈਕਟਿਸ ਕਰਨੀ ਹੈ ਕ੍ਰਿਕਟ ਦੀ, ਦੂਜੇ ਦਿਨ ਪ੍ਰੈਕਟਿਸ ਕਰਨੀ ਹੈ ਮੈਂ ਸੰਗੀਤ ਦੀ, ਤੀਜੇ ਦਿਨ ਪ੍ਰੈਕਟਿਸ ਕਰਨੀ ਮੈਂ ਕੋਈ ਹੋਰ, ਤਾਂ ਫਿਰ ਉਹ ਬੈਸਟ ਕ੍ਰਿਕਟਰ ਕਦੀ ਬਣ ਹੀ ਨਹੀਂ ਸਕਦਾ ਸੀ। ਯਾਨੀ ਜਿਸ ਨੂੰ ਵੀ ਅਸੀਂ ਬੈਸਟ ਦੇਖਾਂਗੇ ਉਹਨਾਂ ਆਪਣੇ ਜੀਵਨ 'ਚ ਇੱਕੋ ਹੀ ਗੋਲ ਰੱਖਿਆ, ਟਾਰਗੇਟ ਰੱਖਿਆ, ਫਿਰ ਉਸ ਤੇ ਪੂਰੀ ਮਿਹਨਤ ਕੀਤੀ ਤਾਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕੀਤਾ। ਸਮਝ ਆ ਰਹੀ ਹੈ ਸਾਡੀ ਗੱਲ? ਇਸ ਲਈ ਸਾਡੇ ਜੀਵਨ ਦੇ ਵਿੱਚ ਪਹਿਲਾਂ ਗੋਲ ਦਾ ਹੋਣਾ ਜ਼ਰੂਰੀ ਹੈ। ਕਿਉਂਕਿ ਫਰਜ਼ ਕਰੋ ਤੁਸੀਂ ਗੱਡੀ 'ਚ ਬਹਿੰਦੇ ਹੋ, ਹੁਣ ਗੱਡੀ 'ਚ ਬਹਿ ਕੇ ਫਰਜ਼ ਕਰੋ ਇੱਕ ਟੈਕਸੀ ਮੰਗਾਈ, ਤੁਸੀਂ ਉਹ 'ਚ ਬਹਿ ਗਏ, ਤਾਂ ਟੈਕਸੀ ਡਰਾਈਵਰ ਤੁਹਾਨੂੰ ਪੁੱਛੇ ਜਾਣਾ ਕਿੱਥੇ ਹੈ? ਭਾਈ ਜਿੱਥੇ ਮਰਜ਼ੀ ਲੈ ਜਾ। ਤਾਂ ਫਿਰ ਬੋਲੋ ਕਿਤੇ ਪਹੁੰਚ ਪਾਓਗੇ ਤੁਸੀਂ? ਜੇ ਤੁਹਾਨੂੰ ਪਤਾ ਹੈ ਮੈਂ ਜਾਣਾ ਕਿੱਥੇ ਹੈ ਤਾਂ ਫਿਰ ਹੀ ਉਹ ਟੈਕਸੀ ਤੁਹਾਨੂੰ ਉੱਥੇ ਤੱਕ ਪਹੁੰਚਾਏਗੀ, ਕਿਉਂਕਿ ਤੁਹਾਨੂੰ ਆਪਣੀ ਮੰਜ਼ਿਲ ਦਾ
ਪਤਾ ਹੈ। ਇਸੇ ਤਰ੍ਹਾਂ ਤਾਂ ਗੁਰੂ ਰਹਿਬਰ ਦੱਸਦੇ ਹੈ ਕਿ ਬਾਹਰ ਕਾਮਯਾਬ ਹੋਣ ਵਾਸਤੇ ਸਾਨੂੰ ਇੱਕ ਰੱਖਣਾ ਪੈਂਦਾ ਕਿ ਮੈਂ ਕਰਨਾ ਕੀ ਚਾਹੁੰਦਾ ਹਾਂ, ਬਣਨਾ ਕੀ ਮੈਂ ਚਾਹੁੰਦਾ ਹਾਂ। ਉੱਥੇ ਅਸੀਂ ਮਿਹਨਤ ਕਰੀਏ ਔਰ ਇੰਨੀ ਮਿਹਨਤ ਕਰੀਏ ਕਿ ਪ੍ਰਮਾਤਮਾ ਨੂੰ ਵੀ ਕਾਮਯਾਬੀ ਦੇਣ ਤੇ ਮਜਬੂਰ ਹੋਣਾ ਪੈ ਜਾਵੇ। ਜਿੱਦਾਂ ਕਈ ਵਾਰ ਬੱਚਿਆਂ ਨੂੰ ਦੇਖਿਆ ਨਾ ਅਸੀਂ, ਬੱਚੇ ਕੋਈ ਚੀਜ਼ ਮੰਗਦੇ ਹੈ ਤਾਂ ਮਾਂ-ਬਾਪ ਕਹਿੰਦੇ ਨਹੀਂ ਦੇਣੀ ਤੈਨੂੰ, ਪਰ ਫਿਰ ਬੱਚਾ ਰੋਂਦਾ ਹੈ, ਜਿੱਦ ਕਰਦਾ ਇੰਨੀ ਜਿੱਦ ਕਰਦਾ ਹੈ ਕਿ ਮਾਂ-ਬਾਪ ਨੂੰ ਵੀ ਕਹਿਣਾ ਪੈਂਦਾ ਕਿ ਲੈ ਭਾਈ ਆ ਲੈ ਲਾ, ਚੁੱਪ ਕਰ ਤੂੰ। ਇਹੀ ਕਹਿੰਦੇ ਬੱਚੇ ਦੀ ਜਿੱਦ ਯਾਨੀ ਉਹਦੀ ਮਿਹਨਤ। ਇਸੇ ਤਰ੍ਹਾਂ ਤੁਸੀਂ ਵੀ ਜੇ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ ਤਾਂ ਆਪਣੇ ਅੰਦਰ ਇੱਕ ਜਿੱਦ ਪੈਦਾ ਕਰੋ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਧੰਨੇ ਨੇ ਜਿੱਦ ਪੈਦਾ ਕੀਤੀ ਕਿ ਜਦ ਤੱਕ ਭਗਵਾਨ ਮੇਰਾ ਖਾਣਾ ਨਹੀਂ ਖਾਏਗਾ ਮੈਂ ਵੀ ਖਾਣਾ ਨਹੀਂ ਖਾਣਾ, ਤਾਂ ਦੇਖੋ ਪੱਥਰ 'ਚੋਂ ਰੱਬ ਨੂੰ ਵੀ ਪ੍ਰਗਟ ਹੋਣਾ ਪੈ ਗਿਆ, ਜੋ ਕਿ ਇਤਿਹਾਸ ਵਿੱਚ ਲਿਖਤ ਆਂਦੀ ਹੈ। ਬਾਬਾ ਫਰੀਦ ਨੇ ਜਿੱਦ ਕੀਤੀ ਕਿ ਪ੍ਰਭੂ ਨੂੰ ਪਾ ਕੇ ਹੀ ਮੈਂ ਘਰ ਜਾਣਾ ਹੈ, ਤਾਂ ਦੇਖੋ ਉਹਨਾਂ ਨੇ ਇਬਾਦਤ ਕੀਤੀ, ਬੰਦਗੀ ਕੀਤੀ ਤਾਂ ਪ੍ਰਮਾਤਮਾ ਨੂੰ ਪਾ ਲਿਆ। ਹੁਣ ਹਰ ਮਾਰਗ ਵਿੱਚ ਇੱਕ ਜਿੱਦ ਚਾਹੀਦੀ ਹੈ। ਜਿੱਦ ਦਾ ਮਤਲਬ ਇੱਕ ਮਿਹਨਤ ਦੀ ਲਗਨ ਚਾਹੀਦੀ ਹੈ ਕਿ ਜਦ ਤੱਕ ਮੈਨੂੰ ਇਹ ਚੀਜ਼ ਨਹੀਂ ਮਿਲ ਜਾਂਦੀ ਮੈਂ ਪਿੱਛੇ ਨਹੀਂ ਹਟਣਾ। ਫਿਰ ਚਾਹੇ ਦੁਨੀਆ ਜੋ ਮਰਜ਼ੀ ਕਵੇ, ਚਾਹੇ ਹਾਲਾਤ ਜੈਸੇ ਮਰਜ਼ੀ ਹੋਣ, ਨਾ ਹਾਲਾਤਾਂ ਦੀ ਚਿੰਤਾ ਕਰਨੀ ਹੈ ਨਾ ਸੰਸਾਰ ਦੀ ਚਿੰਤਾ ਕਰਨੀ ਹੈ, ਬਸ ਮੈਂ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨਾ ਹੈ। ਐਸਾ ਇਨਸਾਨ ਜਦੋਂ ਮਿਹਨਤ ਕਰਦਾ ਹੈ, ਕੋਸ਼ਿਸ਼ ਕਰਦਾ ਹੈ, ਤਾਂ ਜਿਸ ਤਰ੍ਹਾਂ ਹਮੇਸ਼ਾ ਦੱਸਿਆ ਹੀ ਜਾਂਦਾ ਹੈ ਕਿ ਮਿਲੀ ਰਾਹ ਉनको ਸਦਾ ਜਿਨਕੇ ਮਨ ਮੇ ਚਾਹ ਜੈਸੇ ਵੀ ਹੋ ਢੂੰਡ ਲੈ ਜਲ ਬਹਿਨੇ ਕੀ ਰਾਹ। ਕਿ ਜਿਸ ਤਰ੍ਹਾਂ ਪਾਣੀ ਜਦੋਂ ਆਪਣੀ ਮੌਤ ਚਾਹੁੰਦਾ ਹੈ ਤਾਂ ਅੱਗੇ ਰਸਤਾ ਹੋਵੇ ਨਾ ਹੋਵੇ, ਉਹ ਰਸਤਾ ਬਣਾ ਕੇ ਸਾਗਰ ਤੱਕ ਪਹੁੰਚ ਜਾਂਦਾ ਹੈ। ਇਸ ਲਈ ਜਦੋਂ ਨਦੀ ਬਾੜ ਦਾ ਰੂਪ ਲੈ ਲੈਂਦੀ ਹੈ ਤਾਂ ਤੁਸੀਂ ਦੇਖੋ ਹਜ਼ਾਰਾਂ ਹੀ ਪੇੜ, ਹਜ਼ਾਰਾਂ ਹੀ ਪਹਾੜਾਂ ਨੂੰ ਬਹਾਉਂਦੀ ਹੋਈ ਸਾਗਰ ਤੱਕ ਲੈ ਜਾਂਦੀ ਹੈ। ਇਸੇ ਤਰ੍ਹਾਂ ਜਦੋਂ ਸਾਡੇ ਅੰਦਰ ਵੀ ਉਹ ਮਿਹਨਤ ਦਾ ਜਜ਼ਬਾ ਪੈਦਾ ਹੁੰਦਾ ਹੈ, ਸਾਡੇ ਅੰਦਰ ਵੀ ਉਹ ਹਿੰਮਤ ਪੈਦਾ ਹੁੰਦੀ ਹੈ, ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ ਉਹ ਲਗਨ ਪੈਦਾ ਹੁੰਦੀ ਹੈ, ਤਾਂ ਫਿਰ ਇਨਸਾਨ ਦੇ ਰਸਤੇ 'ਚ ਆਉਣ ਵਾਲੀਆਂ ਹਜ਼ਾਰਾਂ ਰੁਕਾਵਟਾਂ ਨੂੰ ਵੀ ਇਨਸਾਨ ਹਟਾਉਂਦਾ ਹੋਇਆ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦਾ ਹੈ। ਇਸ ਲਈ ਕਿਸਮਤ ਦੇ ਭਰੋਸੇ ਨਹੀਂ ਬੈਠਣਾ। ਬੋਲੋ ਸਮਝਦੇ ਹੋ ਕਿ ਨਹੀਂ? ਕਿਉਂਕਿ ਕਿਸਮਤ ਕੀ ਹੈ, ਕਿਹਨੂੰ ਪਤਾ ਕਿ ਮੇਰੀ ਕਿਸਮਤ 'ਚ ਕੀ ਲਿਖਿਆ ਹੈ? ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਜਿਹੜਾ ਸੋਚੇ ਤਾਂ ਜਦੋਂ ਪਤਾ ਹੀ ਨਹੀਂ ਕਿਸਮਤ ਹੈ ਕੀ, ਲਿਖਿਆ ਕੀ ਹੈ, ਤਾਂ ਫਿਰ ਤਾਂ ਇਨਸਾਨ ਦੀ ਕੋਸ਼ਿਸ਼ ਹੀ ਕਰਨੀ ਬੇਕਾਰ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਹੁਣ ਜਿਹੜਾ ਕਿਸਮਤ ਤੇ ਬਿਲੀਵ ਕਰਨ ਵਾਲਾ ਹੈ ਕਿ ਕੋਈ ਨਹੀਂ ਮੇਰੀ ਕਿਸਮਤ 'ਚ ਲਿਖਿਆ ਹੋਇਆ ਤਾਂ ਕਰ ਲਊਂਗਾ, ਮੇਰੀ ਕਿਸਮਤ 'ਚ ਲਿਖਿਆ ਹੋਇਆ ਤਾਂ ਮਿਲ ਜਾਏਗਾ, ਫਿਰ ਤਾਂ ਬੈਠੇ ਰਹੋ ਹੱਥ ਤੇ ਹੱਥ ਰੱਖ ਕੇ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਬੰਦਾ ਕਹੇਗਾ, ਜਿੱਦਾਂ ਬੱਚੇ ਦੇ ਬਾਰੇ ਦੱਸਿਆ, ਇੱਕ ਬੱਚਾ ਸੋਚੇ ਮੈਂ ਐਡਵੋਕੇਟ ਬਣਨਾ ਹੈ, ਫਿਰ ਸੋਚੇ ਕਿਸਮਤ 'ਚ ਹੋਇਆ ਤਾਂ ਬਣ ਜਾਊਂਗਾ, ਨਹੀਂ ਹੋਇਆ ਤਾਂ ਨਹੀਂ ਬਣਨਾ, ਤਾਂ ਫਿਰ ਤਾਂ ਬੱਚਾ ਮਿਹਨਤ ਕਿੱਦਾਂ ਕਰੇਗਾ? ਫਿਰ ਤਾਂ ਬੈਠਾ ਰਹੇਗਾ। ਤਾਂ ਜਿਹਦੀ ਲਗਨ ਹੋਵੇ ਕਿ ਮੈਂ ਬਣਨਾ ਆ, ਤਾਂ ਮੈਂ ਬਣ ਕੇ ਰਹਿਣਾ ਹੈ, ਚਾਹੇ ਮੈਨੂੰ ਦਿਨ ਰਾਤ ਇੱਕ ਕਰਨਾ ਪੈ ਜਾਵੇ, ਖੂਨ ਪਸੀਨਾ ਇੱਕ ਕਰਨਾ ਪੈ ਜਾਵੇ, ਪਰ ਮੈਂ ਆਪਣੀ ਮੰਜ਼ਿਲ ਨੂੰ ਪਾ ਕੇ ਰਹਿਣਾ ਹੈ। ਇਸ ਲਈ ਪ੍ਰਮਾਤਮਾ ਨੇ ਕੋਈ ਕਿਸਮਤ ਨਹੀਂ ਲਿਖੀ, ਪ੍ਰਮਾਤਮਾ ਨੇ ਸਾਨੂੰ ਸਮਝ ਦਿੱਤੀ ਹੈ, ਸਾਡੇ ਅੰਦਰ ਇੱਕ ਜਜ਼ਬਾ ਰੱਖਿਆ ਹੈ, ਸਾਡੇ ਅੰਦਰ ਕਰਨ ਦੀ ਇੱਕ એનર્ਜੀ ਰੱਖੀ ਹੋਈ ਹੈ। ਅਸੀਂ ਆਪਣੀ ਉਸ એનર્ਜੀ ਦਾ, ਉਸ ਤਾਕਤ ਦਾ ਇਸਤੇਮਾਲ ਕਰਨਾ ਜੋ ਉਸ ਪ੍ਰਮਾਤਮਾ ਨੇ, ਉਸ ਪ੍ਰਭੂ ਨੇ ਸਾਡੇ ਅੰਦਰ ਰੱਖੀ ਹੋਈ ਹੈ। ਸਮਝਦੇ ਹੋ ਕਿ ਨਹੀਂ? ਜੇ ਕਿਸਮਤ ਨਾਲ ਹੀ ਸਭ ਕੁਝ ਚੱਲਣਾ ਸੀ ਤਾਂ ਫਿਰ ਪ੍ਰਮਾਤਮਾ ਨੇ ਸੋਚਣ ਸਮਝਣ ਦੀ ਸ਼ਕਤੀ ਸਾਡੇ ਅੰਦਰ ਰੱਖਣੀ ਨਹੀਂ ਸੀ। ਅੱਛਾ ਕੀ ਹੈ, ਬੁਰਾ ਕੀ ਹੈ, ਫਿਰ ਇਹਦੀ ਸਮਝ ਪ੍ਰਭੂ ਨੇ ਸਾਡੇ ਅੰਦਰ ਰੱਖਣੀ ਨਹੀਂ ਸੀ। ਜੇ ਅੱਛੇ ਬੁਰੇ ਦੀ ਹਰ ਚੀਜ਼ ਨੂੰ ਸਮਝਣ ਦੀ ਸ਼ਕਤੀ ਪ੍ਰਮਾਤਮਾ ਨੇ ਸਾਡੇ ਅੰਦਰ ਰੱਖੀ ਹੈ, ਤੇ ਇਹਦਾ ਮਤਲਬ ਪ੍ਰਮਾਤਮਾ ਨੇ ਕਿਹਾ ਇਹ ਤੇਰੇ ਹੱਥ 'ਚ ਹੈ, ਤੂੰ ਅੱਛੇ ਮਾਰਗ ਤੇ ਚੱਲ ਕੇ ਕਾਮਯਾਬ ਵੀ ਹੋ ਸਕਦਾ, ਤਾਂ ਬੁਰੇ ਮਾਰਗ ਤੇ ਚੱਲ ਕੇ ਆਪਣੇ ਆਪ ਜੀਵਨ ਨੂੰ ਬਰਬਾਦ ਵੀ ਤੂੰ ਕਰ ਸਕਦਾ ਹੈ। ਉਹ 'ਚ ਕਿਸਮਤ ਦਾ ਕੋਈ ਦੋਸ਼ ਨਹੀਂ ਹੈ। ਹੁਣ ਜ਼ਰਾ ਸੋਚੋ, ਇੱਕ ਆਦਮੀ ਸ਼ਰਾਬ ਪੀ ਪੀ ਕੇ ਆਪਣੇ ਗੁਰਦੇ ਖਰਾਬ ਕਰ ਲਵੇ, ਬਾਅਦ ਚੋਂ ਕਹੇ ਮੇਰੀ ਤਾਂ ਕਿਸਮਤ 'ਚ ਹੀ ਇਹ ਲਿਖਿਆ ਸੀ, ਤਾਂ ਫਿਰ ਅਗਲੇ ਨੇ ਕੀ ਕਹਿਣਾ? ਭਾਈ ਸ਼ਰਾਬ ਤੂੰ ਪੀਤੀ ਤਾਂ ਦੋਸ਼ ਕਿਸਮਤ ਨੂੰ ਦੇ ਰਿਹਾ ਹੈ। ਜੇ ਤੂੰ ਚਾਹੁੰਦਾ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੀ ਹੈਲਥ ਨੂੰ, ਆਪਣੀ ਸਿਹਤ ਨੂੰ ਤੂੰ ਬਚਾ ਸਕਦਾ ਸੀ, ਤੰਦਰੁਸਤ ਰਹਿ ਸਕਦਾ ਸੀ। ਜ਼ਰਾ ਸੋਚ ਕੇ ਦੇਖੋ, ਅਸੀਂ ਜੋ ਅੱਜ ਕਰਮ ਕਰਦੇ ਹਾਂ ਉਹੀ ਅੱਗੇ ਆਉਣ ਵਾਲੇ ਸਮੇਂ ਸਾਡੀ ਕਿਸਮਤ ਬਣਨੀ ਹੈ, ਯਾਨੀ ਆਉਣ ਵਾਲੇ ਸਮੇਂ 'ਚ ਉਹੀ ਸਾਨੂੰ ਫਲ ਬਣ ਕੇ ਮਿਲਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਅਗਰ ਅੱਜ ਇਨਸਾਨ ਅੱਛਾ ਖਾਏਗਾ, ਅੱਛਾ ਕਰਮ ਕਰੇਗਾ, ਤਾਂ ਫਿਰ ਉਹਨੂੰ ਅੱਛਾ ਰਿਜ਼ਲਟ ਮਿਲੇਗਾ। ਤਾਂ ਜੇ ਅੱਜ ਇਨਸਾਨ ਬੁਰੀ ਖੁਰਾਕ ਲਏਗਾ, ਬੁਰਾ ਕਰਮ ਕਰੇਗਾ, ਤਾਂ ਉਹਨੂੰ ਬੁਰਾ ਰਿਜ਼ਲਟ ਮਿਲੇਗਾ। ਇਹ 'ਚ ਕਿਸਮਤ ਦਾ ਕੋਈ ਦੋਸ਼ ਨਹੀਂ ਹੈ, ਇਹ 'ਚ ਇਨਸਾਨ ਦੀ ਸਮਝ ਹੈ। ਕਿਉਂਕਿ ਆਪਣੀ ਅਕਲ, ਆਪਣੀ ਸਮਝ ਨੂੰ ਜਿੱਦਾਂ ਦਾ ਅਸੀਂ ਇਸਤੇਮਾਲ ਕਰਨਾ ਹੈ, ਸਾਡੀ ਸਮਝ ਨੇ ਸਾਨੂੰ ਉਧਰ ਹੀ ਲੈ ਜਾਣਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜੇ ਅੱਜ ਬੰਦਾ ਕਵੇ ਕਿ ਮਹਾਤਮਾ ਬੁੱਧ ਦੀ ਕਿਸਮਤ 'ਚ ਸੀ ਰੱਬ ਨੂੰ ਮਿਲਣਾ, ਇਸ ਲਈ ਰੱਬ ਨੂੰ ਮਿਲੇ ਆ, ਤਾਂ ਫਿਰ ਉਹਨਾਂ ਦੀ ਮਿਹਨਤ ਕਿੱਥੇ ਗਈ?
ਜਿਹੜੀ 6 ਸਾਲ ਉਹਨਾਂ ਨੇ ਭਗਤੀ ਕੀਤੀ, ਜੰਗਲ 'ਚ ਭੁੱਖੇ ਪਿਆਸੇ ਰਹਿ ਕੇ ਦਿਨ ਰਾਤ ਇੱਕ ਕਰ ਦਿੱਤਾ, ਉਹ ਮਿਹਨਤ ਕਿੱਥੇ ਗਈ? ਜੇ ਕਿਸਮਤ 'ਚ ਸੀ ਤਾਂ ਫਿਰ ਤਾਂ ਘਰ ਬੈਠਿਆਂ ਨੂੰ ਹੀ ਰੱਬ ਮਿਲ ਜਾਣਾ ਸੀ, ਪਰ ਨਹੀਂ, ਉਹਨਾਂ ਨੇ ਜੰਗਲ 'ਚ ਜਾ ਕੇ ਮਿਹਨਤ ਕੀਤੀ, ਕਿਉਂਕਿ ਉਹਨੂੰ ਪਤਾ ਸੀ ਕਿ ਕਾਮਯਾਬੀ ਨੇ ਸਾਡੇ ਤੱਕ ਨਹੀਂ ਆਣਾ, ਸਾਨੂੰ ਮਿਹਨਤ ਕਰਕੇ ਕਾਮਯਾਬੀ ਤੱਕ ਚੱਲ ਕੇ ਜਾਣਾ ਪੈਣਾ ਹੈ। ਕਿਉਂਕਿ ਕਾਮਯਾਬੀ ਕਦੀ ਖੁਦ ਸਾਡੇ ਤੱਕ ਨਹੀਂ ਆਂਦੀ, ਸਾਨੂੰ ਆਪਣੇ ਆਪ ਨੂੰ ਮਿਹਨਤ ਕਰਕੇ ਕਾਮਯਾਬੀ ਤੱਕ ਲੈ ਕੇ ਜਾਣਾ ਪੈਂਦਾ ਹੈ। ਇਸ ਲਈ ਜੀਵਨ 'ਚ ਉਹਨਾਂ ਨੂੰ ਕਾਮਯਾਬੀ ਮਿਲਦੀ ਹੈ, ਸਫਲਤਾ ਮਿਲਦੀ ਹੈ, ਜੋ ਕਿਸਮਤ ਦੇ ਭਰੋਸੇ ਨਹੀਂ, ਆਪਣੇ ਕਰਮ ਦੇ ਭਰੋਸੇ ਬੈਠੇ ਹੈ, ਮਿਹਨਤ ਦੇ ਭਰੋਸੇ ਬੈਠੇ ਹੈ। ਹੁਣ ਫਰਜ਼ ਕਰੋ ਇੱਥੋਂ ਹੁਸ਼ਿਆਰਪੁਰ ਜਾਣਾ ਹੋਵੇ, ਇੱਕ ਬੰਦਾ ਕਹਿੰਦਾ ਕੋਈ ਨਹੀਂ ਕਿਸਮਤ 'ਚ ਹੈ ਹੁਸ਼ਿਆਰਪੁਰ ਪਹੁੰਚ ਜਾਵਾਂਗੇ, ਉਹ ਬੈਠਾ ਹੈ ਤੇ ਇੱਦਾਂ ਬੈਠੇ ਬੈਠੇ ਨੇ ਹੁਸ਼ਿਆਰਪੁਰ ਨਹੀਂ ਪਹੁੰਚਣਾ। ਤੇ ਇੱਕ ਬੰਦਾ ਕਹਿੰਦਾ ਮੈਂ ਸੋਚ ਲਿਆ ਹੁਸ਼ਿਆਰਪੁਰ ਪਹੁੰਚਣਾ ਹੈ, ਕਿਉਂਕਿ ਦਰਬਾਰ ਦੇ ਲਾਗੇ ਆ 10 ਕਿਲੋਮੀਟਰ ਹੁਸ਼ਿਆਰਪੁਰ, ਤਾਂ ਹੁਸ਼ਿਆਰਪੁਰ ਦੀ ਗੱਲ ਕਰ ਰਹੇ ਹਾਂ ਕਿ ਇੱਕ ਬੰਦੇ ਨੇ ਸੋਚ ਲਿਆ ਪਹੁੰਚਣਾ ਹੈ, ਉਹ ਉੱਠ ਕੇ ਕਦਮ ਵਧਾ ਦਿੰਦਾ ਹੈ। ਕਦਮ ਯਾਨੀ ਮਿਹਨਤ ਕਰਦਾ ਹੈ, ਕਿਉਂਕਿ ਕਦਮ ਵਧਾਣਾ ਯਾਨੀ ਕਰਮ ਕਰਨਾ, ਮਿਹਨਤ ਕਰਨੀ। ਤਾਂ ਜਿਹਨੇ ਇੱਥੋਂ ਕਦਮ ਵਧਾ ਦਿੱਤਾ ਉਹ ਪਹੁੰਚ ਗਿਆ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਪਾਣੀ ਦੀ ਬੋਤਲ ਇੱਥੇ ਰੱਖ ਦਈਏ ਔਰ ਸੋਚੀਏ ਕਿਸਮਤ 'ਚ ਹੋਇਆ ਤਾਂ ਬੋਤਲ ਦਾ ਢੱਕਣ ਖੁੱਲੇਗਾ, ਪਾਣੀ ਮੂੰਹ 'ਚ ਪੈ ਜਾਏਗਾ, ਤਾਂ ਇਦਾਂ ਪਏਗਾ ਸਾਡੇ ਮੂੰਹ 'ਚ? ਹੁਣ ਪਰਮਾਤਮਾ ਕਹਿੰਦਾ ਮੈਂ ਤੈਨੂੰ ਤਾਕਤ ਦਿੱਤੀ ਹੈ, ਕਰਮ ਕਰ। ਕਰਮ ਕਿਹਨੂੰ ਕਹਿ ਦਿੰਦੇ ਆ? ਆ ਹੱਥ ਹਿਲਾਣਾ, ਹੱਥ ਵਧਾਣਾ, ਇਹ ਕਰਮ ਹੈ। ਇੱਕ ਕਰਮ ਯਾਨੀ ਐਕਸ਼ਨ। ਬੋਲੋ ਸਮਝਦੇ ਹੋ ਕਿ ਨਹੀਂ? ਹੁਣ ਅਸੀਂ ਹੱਥ ਨੇ ਬੋਤਲ ਚੱਕੀ, ਇਹ ਕਰਮ ਹੈ। ਢੱਕਣ ਖੋਲਿਆ, ਪਾਣੀ ਪੀਤਾ, ਇਹ ਸਾਡਾ ਕਰਮ ਹੈ। ਕਰਮ ਦੇ ਨਾਲ ਹੀ ਅਸੀਂ ਆਪਣੇ ਉਹ ਮੰਜ਼ਿਲ ਨੂੰ ਪ੍ਰਾਪਤ ਕਰ ਸਕਦੇ ਹਾਂ ਜੋ ਅਸੀਂ ਪਾਣਾ ਚਾਹੁੰਦੇ ਹਾਂ। ਚਾਹੇ ਉਹ ਪਾਣੀ ਪੀਣਾ ਹੋਵੇ, ਚਾਹੇ ਭੋਜਨ ਕਰਨਾ ਹੋਵੇ, ਚਾਹੇ ਕੱਪੜਾ ਪਾਣਾ ਹੋਵੇ, ਚਾਹੇ ਆਪਣੇ ਜੀਵਨ ਦੇ ਕਿਸੇ ਗੋਲ ਨੂੰ ਪ੍ਰਾਪਤ ਕਰਨਾ ਹੋਵੇ, ਉੱਥੇ ਸਾਨੂੰ ਮਿਹਨਤ ਕਰਨੀ ਪੈਣੀ ਹੈ, ਸਾਨੂੰ ਕਰਮ ਕਰਨਾ ਪੈਣਾ ਹੈ। ਇਸ ਲਈ ਕਿਸਮਤ ਦੇ ਭਰੋਸੇ ਉਹ ਬੈਠਦੇ ਹੈ ਜਿਹੜੇ ਆਲਸੀ ਹੁੰਦੇ ਹੈ, ਜੋ ਨਲਾਇਕ ਹੁੰਦੇ, ਜਿਨ੍ਹਾਂ ਨੂੰ ਪਤਾ ਕਿ ਸਾਡੇ ਅੰਦਰ ਕੁਝ ਕਰਨ ਦੀ ਭਾਵਨਾ ਨਹੀਂ ਹੈ। ਇਸ ਲਈ ਕਹਿ ਦੋ ਜੇ ਕਿਸਮਤ 'ਚ ਹੋਏਗੀ ਤਾਂ ਮਿਲ ਜਾਏਗਾ। ਬੋਲੋ ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਕਿਸਮਤ ਦੇ ਭਰੋਸੇ ਉਹ ਰਹਿੰਦੇ ਹੈ ਜਿਨ੍ਹਾਂ ਦਾ ਆਪਣੇ ਤੇ ਵਿਸ਼ਵਾਸ ਹੈ ਨਹੀਂ, ਜਿਨ੍ਹਾਂ ਦਾ ਆਪਣੇ ਰੱਬ ਤੇ, ਆਪਣੇ ਪ੍ਰਭੂ ਤੇ, ਆਪਣੇ ਪਰਮਾਤਮਾ ਤੇ ਵਿਸ਼ਵਾਸ ਨਹੀਂ ਹੈ। ਕਿਉਂਕਿ ਜਿਨ੍ਹਾਂ ਨੂੰ ਆਪਣੇ ਆਪ ਤੇ ਵਿਸ਼ਵਾਸ ਹੈ, ਆਪਣੇ ਪ੍ਰਭੂ ਤੇ ਵਿਸ਼ਵਾਸ ਹੈ, ਤਾਂ ਉਹਨਾਂ ਨੂੰ ਪਤਾ ਹੈ ਕਿ ਜੋ ਅਸੀਂ ਸੋਚ ਲਵਾਂਗੇ ਸਾਡੇ ਰੱਬ ਦੀ ਰਹਿਮਤ ਨਾਲ, ਮਿਹਨਤ ਦੇ ਨਾਲ, ਤਾਂ ਹੀ ਕਹਿੰਦੇ ਆ ਕਿ ਮਿਹਨਤ ਮੇਰੀ ਰਹਿਮਤ ਤੇਰੀ। ਇਹ ਦੋ ਚੀਜ਼ਾਂ ਕਿਉਂ ਜੋੜੀਆਂ? ਜੇ ਕਿਸਮਤ ਦੀ ਗੱਲ ਹੁੰਦੀ ਤਾਂ ਗੁਰੂਆਂ ਨੇ ਦੋ ਚੀਜ਼ਾਂ ਕਹਿਣੀਆਂ ਹੀ ਨਹੀਂ ਸੀ। ਉਹ ਕਹਿੰਦੇ ਮਿਹਨਤ ਤੈਨੂੰ ਕਰਨੀ ਪੈਣੀ ਹੈ, ਤਾਂ ਰਹਿਮਤ ਉਹ ਪ੍ਰਮਾਤਮਾ ਨੇ, ਉਹ ਪ੍ਰਭੂ ਨੇ, ਉਹ ਮਾਲਿਕ ਨੇ ਤੇਤੇ ਕਰਨੀ ਹੈ। ਤਾਂ ਜਦੋਂ ਤੂੰ ਮਿਹਨਤ ਕਰੇਗਾ, ਉਹਦੀ ਰਹਿਮਤ ਤੇ ਵਿਸ਼ਵਾਸ ਕਰੇਗਾ, ਤਾਂ ਕਾਮਯਾਬੀ ਵੀ ਤੈਨੂੰ ਜ਼ਰੂਰ ਮਿਲੇਗੀ। ਇਸ ਲਈ ਗੁਰੂਆਂ ਨੇ ਕਿਸਮਤ ਦੀ ਗੱਲ ਨਹੀਂ ਕੀਤੀ, ਉਹਨਾਂ ਨੇ ਕਿਸਮਤ ਤੇ ਨਹੀਂ ਛੱਡਿਆ, ਉਹਨਾਂ ਨੇ ਕਰਮ ਤੇ ਜ਼ੋਰ ਦਿੱਤਾ ਕਿ ਅੱਛੀ ਕਰਨੀ ਕਰ, ਅੱਛੀ ਕਰਨੀ ਕਰੇਗਾ ਤਾਂ ਫਿਰ ਅੱਛਾ ਫਲ ਮਿਲੇਗਾ। ਔਰ ਉਹ ਕਰਨੀ ਚਾਹੇ ਰੂਹਾਨੀਅਤ ਦੇ ਮਾਰਗ ਤੇ ਹੋਵੇ, ਚਾਹੇ ਦੁਨਿਆਵੀ ਮਾਰਗ ਤੇ ਹੋਵੇ। ਯਾਨੀ ਜੇ ਪਰਮਾਤਮਾ ਨੂੰ ਵੀ ਪਾਣਾ ਹੈ ਤਾਂ ਉੱਥੇ ਵੀ ਮਿਹਨਤ ਕਰਨ ਦੀ ਲੋੜ ਹੈ, ਤਾਂ ਜੇ ਅਸੀਂ ਬਾਹਰਲੀ ਕਾਮਯਾਬੀ ਨੂੰ ਪਾਣਾ ਹੈ, ਬਾਹਰਲੀ ਕਿਸੇ ਮੰਜ਼ਿਲ ਨੂੰ ਪਾਣਾ, ਤਾਂ ਉੱਥੇ ਵੀ ਸਾਨੂੰ ਮਿਹਨਤ ਕਰਨ ਦੀ ਜ਼ਰੂਰਤ ਹੈ। ਹੁਣ ਜਦੋਂ ਬਾਬਾ ਫਰੀਦ ਦੀ ਮਾਂ ਨੇ ਕਿਹਾ ਬੇਟਾ ਬੰਦਗੀ ਕਰ, ਇਬਾਦਤ ਕਰ, ਤਾਂ ਜੇ ਬਾਬਾ ਫਰੀਦ ਆਪਣੀ ਮਾਂ ਨੂੰ ਕਹਿੰਦੇ ਕੋਈ ਨਹੀਂ ਮੰਮੀ, ਮਾਤਾ, ਇਹ ਮੇਰੀ ਅੰਮਾ, ਜੇ ਕਿਸਮਤ 'ਚ ਹੋਇਆ ਤਾਂ ਰੱਬ ਮਿਲ ਹੀ ਜਾਣਾ, ਮੈਨੂੰ ਮਿਹਨਤ ਕਰਨ ਦੀ ਕੀ ਲੋੜ ਹੈ? ਤਾਂ ਫਿਰ ਬੋਲੋ, ਫਿਰ ਬਾਬਾ ਫਰੀਦ ਨੇ ਉਸ ਮੰਜ਼ਿਲ ਨੂੰ ਪਾਣਾ ਸੀ? ਜ਼ਰਾ ਸੋਚ ਕੇ ਦੇਖੋ। ਜੇ ਐਡੀਸਨ ਕਹਿੰਦਾ ਜੇ ਕਿਸਮਤ 'ਚ ਹੋਇਆ ਤਾਂ ਬੱਲਬ ਬਣ ਜਾਏਗਾ, ਬੈਠਾ ਰਹਿੰਦਾ ਹੱਥ ਤੇ ਹੱਥ ਰੱਖ ਕੇ, ਮਿਹਨਤ ਨਾ ਕਰਦਾ, ਤਾਂ ਫਿਰ ਕਦੀ ਇਹ ਦੁਨੀਆ ਅੰਦਰ ਪ੍ਰਕਾਸ਼ ਨਹੀਂ ਹੋਣਾ ਸੀ। ਜੇ ਰਾਈਟ ਬ੍ਰਦਰ ਸੋਚਦੇ ਕਿ ਲੈ ਬਈ ਜੇ ਕਿਸਮਤ 'ਚ ਹੋਇਆ ਤਾਂ ਪਲੇਨ ਬਣ ਜਾਏਗਾ, ਸਾਨੂੰ ਮਿਹਨਤ ਕਰਨ ਦੀ ਕੀ ਲੋੜ ਹੈ, ਤਾਂ ਫਿਰ ਕਦੀ ਵੀ ਉਹ ਪਲੇਨ ਦੀ ਖੋਜ ਹੋਣੀ ਨਹੀਂ ਸੀ। ਇਸ ਲਈ ਜਿਨ੍ਹਾਂ ਨੇ ਵੀ ਇਤਿਹਾਸ ਵਿੱਚ ਕਿਸੇ ਚੀਜ਼ ਨੂੰ ਪ੍ਰਾਪਤ ਕੀਤਾ, ਕੁਝ ਕਰਕੇ ਦਿਖਾਇਆ ਹੈ, ਚਾਹੇ ਉਹ ਬਾਹਰਲੀ ਮੰਜ਼ਿਲ ਹੈ, ਚਾਹੇ ਅੰਦਰਲੀ ਮੰਜ਼ਿਲ ਹੈ, ਜਿਨ੍ਹਾਂ ਨੇ ਵੀ ਉਸ ਨੂੰ ਪਾਇਆ ਹੈ, ਉਹਨਾਂ ਨੇ ਕਿਸਮਤ ਤੇ ਨਹੀਂ, ਭਾਗਿਆ ਤੇ ਨਹੀਂ, ਆਪਣੀ ਮਿਹਨਤ ਤੇ ਜ਼ੋਰ ਦਿੱਤਾ ਹੈ। ਸਮਝਦੇ ਹੋ ਕਿ ਨਹੀਂ? ਚਾਹੇ ਰੂਹਾਨੀਅਤ ਦੀ ਮੰਜ਼ਿਲ ਵੱਲ ਜਿਹੜੇ ਵਧੇ ਹੈ, ਯਾਨੀ ਗੁਰੂਆਂ, ਰਹਿਬਰਾਂ, ਸੰਤਾਂ, ਫਕੀਰਾਂ ਦੀ ਜ਼ਿੰਦਗੀ ਦੇਖ ਲਓ, ਤਾਂ ਚਾਹੇ ਅਸੀਂ ਉਹ ਕਾਮਯਾਬ ਵਿਗਿਆਨਕਾਂ ਦੀ, ਉਹ ਕਾਮਯਾਬ ਸਾਇੰਟਿਸਟਾਂ ਦੀ ਜ਼ਿੰਦਗੀ ਦੇਖ ਲਈਏ ਜਿਨ੍ਹਾਂ ਨੇ ਦੁਨੀਆ ਦੇ ਤੌਰ ਤੇ ਅਵਿਸ਼ਕਾਰ ਕੀਤੇ, ਧਨਵਾਨਾਂ ਦੀ ਜ਼ਿੰਦਗੀ ਦੇਖ ਲਈਏ, ਜਿੱਦਾਂ ਅਸੀਂ ਕਹਿੰਦੇ ਨਾ ਬਿਲ ਗੇਟਸ ਵਗੈਰਾ ਜਾਂ ਸਟੀਵ ਜੌਬਸ ਵਗੈਰਾ, ਕਿ ਉਹ ਵੀ ਕਿਸਮਤ ਦੇ ਭਰੋਸੇ ਨਹੀਂ, ਉਹ ਕਹਿੰਦੇ ਮਿਹਨਤ ਕਰਕੇ ਹੀ ਬੰਦਾ ਮੰਜ਼ਿਲ ਨੂੰ ਪ੍ਰਾਪਤ ਕਰਦਾ ਹੈ। ਹਾਂ, ਇਹ ਤਾਂ ਹਰ ਇੱਕ ਨੇ ਮੰਨੀ ਹੈ ਕਿ ਮਿਹਨਤ ਦੇ ਨਾਲ ਨਾਲ ਉਹਦੀ ਕਿਰਪਾ ਦਾ ਹੋਣਾ, ਉਹਦੇ ਸਾਥ ਦਾ ਹੋਣਾ ਵੀ ਜ਼ਰੂਰੀ ਹੈ। ਇਸ ਲਈ ਹਰ ਇੱਕ ਨੇ ਇਹ ਗੱਲ ਮੰਨੀ ਹੈ
ਕਿ ਇਨਸਾਨ ਮਿਹਨਤ ਕਰਦਾ ਹੈ ਤਾਂ ਜੇ ਕੁਦਰਤ ਸਾਥ ਦਿੰਦੀ ਹੈ, ਕੁਦਰਤ ਯਾਨੀ ਪਰਮਾਤਮਾ ਸਾਥ ਦਿੰਦੀ ਹੈ, ਤਾਂ ਕਾਮਯਾਬੀ ਵੀ ਫਿਰ ਮਿਲਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਨਹੀਂ ਤਾਂ ਕਈ ਵਾਰ ਤਾਂ ਸਾਹਮਣੇ ਪਈ ਚੀਜ਼ ਵੀ ਜੇ ਕੁਦਰਤ ਸਾਥ ਨਾ ਦੇਵੇ ਤਾਂ ਸਾਹਮਣੇ ਪਈ ਚੀਜ਼ ਵੀ ਬੰਦਾ ਹਾਸਲ ਨਹੀਂ ਕਰ ਪਾਉਂਦਾ। ਹੁਣ ਫਰਜ਼ ਕਰੋ ਅਸੀਂ ਤੁਹਾਡੇ ਸਾਹਮਣੇ ਬੋਤਲ ਰੱਖ ਦਈਏ ਜਾਂ ਕੋਈ ਚੀਜ਼ ਰੱਖ ਦਈਏ, ਤਾਂ ਤੁਹਾਨੂੰ ਪੁੱਛੀਏ ਕਿ ਕਿੰਨੇ % ਚਾਂਸ ਹੈ ਤੁਸੀਂ ਇਹ ਚੀਜ਼ ਨੂੰ ਚੱਕ ਸਕਦੇ ਹੋ, ਤਾਂ ਸ਼ਾਇਦ ਤੁਸੀਂ ਕਹੋ 100% ਕਿ ਚੀਜ਼ ਮੇਰੇ ਸਾਹਮਣੇ ਹੈ, ਇਦਾਂ ਚੱਕ ਲੂੰ ਜਾ ਕੇ। ਕਹਿ ਸਕਦਾ ਇਨਸਾਨ? ਬੋਲੋ ਕਹਿ ਸਕਦਾ ਕਿ ਨਹੀਂ? ਪਰ ਕੀ ਵਾਕਈ 100% ਤੁਹਾਡੇ ਹੱਥ 'ਚ ਹੈ? ਹੁਣ ਤੁਸੀਂ ਉੱਠੋ, ਤੁਰੇ ਜਾਵੋ, 2 ਕਦਮ ਚੱਲਦੇ ਹਾਰਟ ਅਟੈਕ ਹੋ ਜਾਵੇ, ਉਹ ਚੀਜ਼ ਤੱਕ ਪਹੁੰਚ ਹੀ ਨਾ ਪਾਵੋ, ਕੋਈ ਹਾਦਸਾ ਹੋ ਜਾਵੇ, ਜ਼ਰਾ ਸੋਚੋ। ਇਹਦਾ ਮਤਲਬ ਕੀ ਚਾਂਸ ਹੈ, ਜਿੱਦਾਂ ਕਹਿੰਦੇ 99.999%, ਕਿਉਂਕਿ ਉੱਥੇ ਕੁਦਰਤ ਦਾ ਵੀ ਸਾਥ ਚਾਹੀਦਾ ਹੈ ਕਿ ਐ ਮੇਰੇ ਮਾਲਿਕ ਤੂੰ ਤੰਦਰੁਸਤੀ ਦੇ, ਮਿਹਨਤ ਕਰਨ ਤਿਆਰ ਹੈ, ਮੈਨੂੰ ਕਾਮਯਾਬੀ ਜ਼ਰੂਰ ਮਿਲੇਗੀ। ਹੁਣ ਇੱਕ ਬੰਦੇ ਕੋਲ ਗੱਡੀ ਹੈ, ਪਤਾ ਕਿ ਗੱਡੀ ਹੈ ਔਰ ਮੈਂ ਮੰਜ਼ਿਲ ਜਾਣਾ ਹੈ ਦਿੱਲੀ, ਔਰ ਪਤਾ ਗੱਡੀ ਪੈਟਰੋਲ ਹੈ, ਡੀਜ਼ਲ ਹੈ, ਸਭ ਕੁਝ ਹੈ, ਪਰ ਹੁਣ ਉਹਦੇ ਨਾਲ ਕੁਦਰਤ ਦਾ ਸਾਥ ਵੀ ਚਾਹੀਦਾ ਕਿ ਇਹ ਪ੍ਰਭੂ ਮੈਂ ਜਾ ਰਿਹਾ ਹਾਂ, ਪਰ ਇੰਨੀ ਕਿਰਪਾ ਕਰੀ ਸਹੀ ਸਲਾਮਤ ਪਹੁੰਚਾਉਣਾ, ਇਹ ਤੇਰਾ ਕੰਮ ਹੈ, ਰਸਤੇ 'ਚ ਕੋਈ ਹਾਦਸਾ ਨਾ ਹੋਵੇ, ਰਸਤੇ 'ਚ ਕੋਈ ਰੁਕਾਵਟ ਨਾ ਆਵੇ, ਪਰੇਸ਼ਾਨੀ ਨਾ ਆਵੇ। ਉੱਥੇ ਪ੍ਰਮਾਤਮਾ ਦਾ ਵਿਸ਼ਵਾਸ, ਉਹਦੀ ਕਿਰਪਾ ਦਾ ਨਾਲ ਹੋਣਾ ਜ਼ਰੂਰੀ ਹੈ। ਜੇ ਬੰਦਾ ਸੋਚੇ ਕੋਈ ਨਹੀਂ ਮੈਂ ਇਕੱਲਾ ਹੀ ਮਿਹਨਤ ਕਰਕੇ ਪਹੁੰਚ ਜਾਊਂ, ਤਾਂ ਫਿਰ ਇਕੱਲਾ ਵੀ ਇਨਸਾਨ ਮੰਜ਼ਿਲ ਨੂੰ ਪ੍ਰਾਪਤ ਨਹੀਂ ਕਰ ਸਕਦਾ, ਕਿਉਂਕਿ ਉੱਥੇ ਪ੍ਰਭੂ ਦੀ ਕਿਰਪਾ, ਉਹਦੀ ਰਹਿਮਤ, ਉਹਦਾ ਸਾਥ ਹੋਣਾ ਜ਼ਰੂਰੀ ਹੈ। ਤਾਂ ਹੀ ਇੱਕ ਵਾਰ ਫਿਰ ਕਵਾਂਗੇ ਕਿ ਗੁਰੂਆਂ ਨੇ ਮਿਹਨਤ ਔਰ ਰਹਿਮਤ ਨੂੰ ਇਕੱਠੇ ਜੋੜਿਆ, ਕਿ ਜੇ ਬੰਦਾ ਸੋਚੇ ਉਹਦੀ ਰਹਿਮਤ ਨਹੀਂ ਸਭ ਕੁਝ ਕਰਨਾ ਹੈ, ਤਾਂ ਫਿਰ ਉਹਦੀ ਰਹਿਮਤ ਨਾਲ ਵੀ ਸਭ ਕੁਝ ਨਹੀਂ ਹੋਣਾ। ਤੇ ਇੱਕ ਬੰਦਾ ਸੋਚੇ ਕਿ ਮੇਰੀ ਮਿਹਨਤ ਨਾਲ ਹੀ ਸਭ ਕੁਝ ਹੋਣਾ ਹੈ, ਤਾਂ ਉਹ ਕਹਿੰਦੇ ਨਹੀਂ, ਇਹ ਦੋ ਹੀ ਚੀਜ਼ਾਂ ਜੁੜਦੀਆਂ ਹੈ, ਤਾਂ ਫਿਰ ਹੀ ਇਨਸਾਨ ਨੂੰ ਜੀਵਨ 'ਚ ਕਾਮਯਾਬੀ ਮਿਲਦੀ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਿੱਦਾਂ ਕਿ ਛੋਟੀ ਜਿਹੀ ਕਹਾਣੀ ਔਰ ਫਿਰ ਸਵਾਲ ਦੀ ਸਮਾਪਤੀ ਕਰਾਂਗੇ। ਇੱਕ ਵਾਰ ਇੱਕ ਕਿਸਾਨ ਆਪਣੀ ਬੈਲ ਗਾੜੀ ਤੇ ਬੈਠਾ ਜਾ ਰਿਹਾ ਸੀ, ਰਸਤਾ ਕੱਚਾ ਸੀ, ਚਲਦਿਆਂ ਚਲਦਿਆਂ ਰਸਤੇ 'ਚ ਬਾਰਿਸ਼ ਹੋਈ ਸੀ ਔਰ ਜਗ੍ਹਾ ਜਗ੍ਹਾ ਗੱਡਿਆਂ 'ਚ ਪਾਣੀ ਭਰਿਆ ਹੋਇਆ ਸੀ, ਟੋਇਆਂ 'ਚ ਪਾਣੀ ਭਰਿਆ ਸੀ। ਇੱਕ ਜਗ੍ਹਾ ਇੱਕ ਟੋਏ ਦੇ ਵਿੱਚ ਉਹਦੀ ਗੱਡੀ ਦਾ ਟਾਇਰ ਗਿਆ, ਯਾਨੀ ਗੱਡੇ ਦਾ ਟਾਇਰ ਟੋਏ ਦੇ ਵਿੱਚ ਗਿਆ ਤਾਂ ਟਾਇਰ ਫਸ ਗਿਆ। ਹੁਣ ਫਸ ਗਿਆ ਟਾਇਰ, ਕਿਸਾਨ ਉਤਰਿਆ, ਕਿਉਂਕਿ ਬੈਲਾਂ ਨੂੰ ਬੜਾ ਹੱਕਿਆ, ਰੇੜਨ ਦੀ ਕੋਸ਼ਿਸ਼ ਕੀਤੀ, ਪਰ ਗੱਡੀ ਅੱਗੇ ਨਾ ਵਧੇ, ਕਿਉਂਕਿ ਇੱਕ ਟਾਇਰ ਗੱਡੇ ਵਿੱਚ ਜਾ ਚੁੱਕਾ ਸੀ। ਹੁਣ ਉਹ ਬੈਠ ਗਿਆ, ਕਿਉਂਕਿ ਪਹਿਲਾਂ ਤਾਂ ਕੋਸ਼ਿਸ਼ ਕਰ ਲਈ, ਫਿਰ ਗੱਡੀ 'ਚ ਉਤਰ ਕੇ ਪੇੜ ਥੱਲੇ ਬਹਿ ਗਿਆ, ਹੱਥ ਜੋੜ ਕੇ, ਹੇ ਪ੍ਰਮਾਤਮਾ, ਹੇ ਪ੍ਰਭੂ ਕਰ ਕਿਰਪਾ, ਮੇਰੀ ਗੱਡੀ ਫਸ ਗਈ ਹੈ, ਇਹਨੂੰ ਪਾਰ ਕਰ ਦੇ, ਇਹਨੂੰ ਪਾਰ ਕਰ ਦੇ। ਬੈਠਾ ਬੈਠਾ ਉੱਥੇ ਪ੍ਰਾਰਥਨਾ ਕਰ ਰਿਹਾ ਹੈ। 1 ਮਿੰਟ ਗੁਜ਼ਰਿਆ, 2 ਮਿੰਟ ਗੁਜ਼ਰੇ, 10 ਮਿੰਟ ਗੁਜ਼ਰੇ, 20 ਮਿੰਟ ਗੁਜ਼ਰੇ, ਬੈਠਾ ਹੈ, ਪਰ ਕੋਈ ਹੱਲ ਹੀ ਨਿਕਲ ਰਿਹਾ। ਜਦ ਨੂੰ ਇੱਕ ਫਕੀਰ ਉੱਥੋਂ ਦੀ ਗੁਜ਼ਰੇ, ਜਦੋਂ ਫਕੀਰ ਗੁਜ਼ਰੇ, ਫਕੀਰਾਂ ਨੇ ਦੇਖਿਆ ਉਹ ਬੈਠਾ ਹੱਥ ਜੋੜ ਕੇ ਉੱਚੀ ਉੱਚੀ ਰੱਬ ਨੂੰ ਕਹਿ ਰਿਹਾ, ਰੱਬਾ ਮੇਰੀ ਸੁਣ ਕਿਉਂ ਨਹੀਂ ਰਿਹਾ, ਮੇਰੇ ਤੇ ਕਿਰਪਾ ਕਿਉਂ ਨਹੀਂ ਕਰ ਰਿਹਾ, ਮੈਂ ਤੇ ਤੋਂ ਮੰਗ ਰਿਹਾ ਹਾਂ, ਤੂੰ ਤਾਂ ਸਭ ਦੀਆਂ ਸੁਣਦਾ ਹੈ, ਸਭ ਦੀਆਂ ਆਸਾਂ ਉਮੀਦਾਂ ਪੂਰੀਆਂ ਕਰਦਾ, ਮੇਰੀ ਵੀ ਕਰ, ਇਹ ਟਾਇਰ ਕੱਢ ਦੇ। ਜਦੋਂ ਫਕੀਰਾਂ ਨੇ ਸੁਣੀ ਤਾਂ ਫਕੀਰ ਉਹਦੇ ਕੋਲ ਗਏ ਔਰ ਕਿਸਾਨ ਦੇ ਮੋਢੇ ਤੇ ਹੱਥ ਰੱਖਿਆ ਕਿ ਭਾਈ ਇਹ ਕੀ ਕਰ ਰਿਹਾ ਹਾਂ? ਉਹ ਕਹਿੰਦਾ ਮੈਂ ਪ੍ਰਾਰਥਨਾ ਕਰ ਰਿਹਾ ਪ੍ਰਮਾਤਮਾ ਨੂੰ ਕਿ ਮੇਰੇ ਗੱਡੇ ਨੂੰ ਇਹ ਟੋਏ ਚੋਂ ਕੱਢ ਦੇ, ਇਹ ਜਿਹੜਾ ਇੱਕ ਟਾਇਰ ਮੇਰਾ ਗੱਡੇ ਦਾ ਇਸ ਟੋਏ 'ਚ ਫਸਿਆ ਹੋਇਆ ਹੈ, ਰੱਬ ਨੂੰ ਕਹਿ ਰਿਹਾ ਕੱਢ ਦੇ। ਉਹ ਫਕੀਰ ਕਹਿੰਦੇ ਕਹਿ ਹੀ ਰਿਹਾ ਕਿ ਆਪ ਵੀ ਮਿਹਨਤ ਕੀਤੀ। ਉਹ ਕਹਿੰਦਾ ਜੀ ਮੈਂ ਪਹਿਲਾਂ ਮਿਹਨਤ ਕਰ ਲਈ, ਗੱਡੇ ਤੇ ਬੈਠੇ ਬੈਠੇ ਨੇ ਬੈਲਾਂ ਨੂੰ ਬੜਾ ਮਾਰਿਆ, ਪਰ ਉਹ ਜ਼ੋਰ ਲਾਉਂਦੇ ਤੁਰੀ ਨਹੀਂ। ਉਹ ਕਹਿੰਦੇ ਉਹ ਤਾਂ ਬੈਲਾਂ ਨੇ ਮਿਹਨਤ ਕੀਤੀ, ਤੂੰ ਕੀ ਕੀਤਾ? ਉਹ ਕਹਿੰਦਾ ਮਹਾਰਾਜ ਮੈਂ ਤਾਂ ਗੱਡੇ ਤੇ ਬੈਠੇ ਨੇ, ਬੈਲਾਂ ਦੀ ਲਗਾਮ ਹੱਥ 'ਚ ਸੀ, ਤੁਹਾਨੂੰ ਦੱਸਿਆ ਕਿ ਸੋਟੀਆਂ ਮਾਰੀਆਂ ਬੈਲਾਂ ਦੇ। ਉਹ ਕਹਿੰਦੇ ਸੋਟੀ ਮਾਰ ਕੇ ਉਹ ਤਾਂ ਬੈਲ ਮਿਹਨਤ ਕਰ ਰਹੇ ਸੀ, ਤੇਰੀ ਮਿਹਨਤ ਤਾਂ ਹੁੰਦੀ ਕਿ ਜੇ ਤੂੰ ਆਪ ਗੱਡੇ ਨੂੰ ਮੋਢਾ ਲਾ ਕੇ ਕੋਸ਼ਿਸ਼ ਕਰਦਾ ਗੱਡੀ ਕੱਢਣ ਦੀ। ਕਹਿੰਦੇ ਚੱਲ ਅਰਦਾਸ ਤੂੰ ਕਰ ਦਿੱਤੀ, ਪਰ ਹੁਣ ਕੋਸ਼ਿਸ਼ ਵੀ ਕਰ। ਕਿਸਾਨ ਨੂੰ ਸਮਝ ਆਈ, ਕਿਸਾਨ ਗਿਆ ਜਿੱਥੇ ਟਾਇਰ ਫਸਿਆ ਸੀ, ਉਹਨੇ ਇੱਕ ਪਾਸੇ ਡੰਡਾ ਫੜਿਆ, ਬੈਲਾਂ ਦੇ ਮਾਰਿਆ ਔਰ ਨਾਲ ਆਪਣਾ ਮੋਢਾ ਲਾ ਕੇ ਅੱਗੇ ਨੂੰ ਜ਼ੋਰ ਲਾਉਣ ਦੀ ਕੋਸ਼ਿਸ਼ ਕੀਤੀ। ਤਾਂ ਹੁਣ ਜਿੱਦਾਂ ਹੀ ਕੋਸ਼ਿਸ਼ ਕੀਤੀ ਗੱਡੀ ਨਿਕਲ ਗਈ। ਫਕੀਰ ਉੱਥੇ ਹੀ ਖੜੇ ਸੀ, ਮੁਸਕਰਾ ਰਹੇ ਹੈ। ਕਿਸਾਨ ਆਇਆ, ਕਹਿੰਦਾ ਮਹਾਰਾਜ ਧੰਨਵਾਦ ਤੁਹਾਡਾ ਕਿ ਤੁਸੀਂ ਮੈਨੂੰ ਸਹੀ ਰਸਤਾ ਦਿਖਾਇਆ ਇਸ ਗੱਡੇ ਚੋਂ ਨਿਕਲਣ ਦਾ। ਫਕੀਰ ਕਹਿੰਦੇ ਇੱਕ ਗੱਲ ਹਮੇਸ਼ਾ ਯਾਦ ਰੱਖ, ਜੇ ਬੈਠੇ ਬੈਠੇ ਅਸੀਂ ਰੱਬ ਅੱਗੇ ਫਰਿਆਦਾਂ ਹੀ ਕਰੀ ਜਾਈਏ ਤਾਂ ਫਿਰ ਸਾਡੇ ਮਨ 'ਚ ਆਉਂਦਾ ਕਿ ਰੱਬ ਪਤਾ ਨਹੀਂ ਸੁਣ ਨਹੀਂ ਰਿਹਾ, ਰੱਬ ਮੈਨੂੰ ਦੇ ਕਿਉਂ ਨਹੀਂ ਰਿਹਾ, ਰੱਬ ਮੇਰੀ ਝੋਲੀ ਕਿਉਂ ਨਹੀਂ ਭਰ ਰਿਹਾ। ਤਾਂ ਯਾਦ ਰੱਖ ਰੱਬ ਤਾਂ ਕਿਰਪਾ ਕਰਨੀ ਚਾਹੁੰਦਾ ਹੈ, ਜਦੋਂ ਉਹਨੂੰ ਪੁਕਾਰਦੇ ਹਾਂ ਉਹ ਤਾਂ ਸਾਡੀ ਸੁਣਦਾ ਵੀ ਹੈ, ਸਾਡੀ ਝੋਲੀ ਵੀ ਭਰਨਾ ਚਾਹੁੰਦਾ ਹੈ, ਪਰ ਉਹ ਇੰਤਜ਼ਾਰ ਕਰਦਾ ਹੈ ਕਿ ਇਸ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ ਅਗਲਾ ਮਿਹਨਤ ਕਰ ਰਿਹਾ ਹੈ ਜਾਂ ਨਹੀਂ। ਹੁਣ ਤੂੰ ਮਿਹਨਤ ਕੀਤੀ, ਕੋਸ਼ਿਸ਼ ਕੀਤੀ, ਉਹਦੀ ਰਹਿਮਤ ਹੋਈ ਤਾਂ ਦੇਖ ਲੈ ਤੇਰੀ ਗੱਡੀ
ਨਿਕਲ ਗਈ। ਤਾਂ ਜੇ ਤੂੰ ਕੋਸ਼ਿਸ਼ ਨਾ ਕਰਦਾ, ਬਸ ਬੈਠਾ ਬੈਠਾ ਬੇਨਤੀ ਕਰਦਾ ਰਹਿੰਦਾ, ਤਾਂ ਫਿਰ ਇਹ ਗੱਡੀ ਕਿੱਥੋਂ ਨਿਕਲਣੀ ਸੀ। ਸੋ ਅੱਜ ਜੇ ਤੁਹਾਡੇ ਜੀਵਨ ਦੀ ਗੱਡੀ ਵੀ ਕਿਤੇ ਫਸੀ ਹੋਈ ਹੈ ਤਾਂ ਸਿਰਫ ਅਰਦਾਸ ਹੀ ਨਾ ਕਰੋ, ਨਾਲ ਨਾਲ ਮਿਹਨਤ ਵੀ ਕਰੋ। ਤਾਂ ਜੇ ਗੱਡੀ ਫਸੀ ਹੋਈ ਹੈ ਤਾਂ ਕੱਲੀ ਮਿਹਨਤ ਵੀ ਨਹੀਂ, ਨਾਲ ਨਾਲ ਅਰਦਾਸ ਵੀ ਕਰਨੀ ਹੈ, ਪ੍ਰਾਰਥਨਾ ਵੀ ਕਰਨੀ ਹੈ, ਕਿਉਂਕਿ ਜਦੋਂ ਦੋ ਹੀ ਚੀਜ਼ਾਂ ਮਿਲਦੀਆਂ ਹੈ ਤਾਂ ਫਿਰ ਸਾਨੂੰ ਮੰਜ਼ਿਲ ਵੀ ਜ਼ਰੂਰ ਮਿਲ ਜਾਂਦੀ ਹੈ, ਕਾਮਯਾਬੀ ਵੀ ਸਾਨੂੰ ਜ਼ਰੂਰ ਮਿਲ ਜਾਂਦੀ ਹੈ। ਇਸ ਲਈ ਜੀਵਨ ਦੇ ਵਿੱਚ ਅਗਰ ਕਾਮਯਾਬ ਹੋਣਾ ਹੈ, ਸਫਲ ਹੋਣਾ ਹੈ, ਤਾਂ ਸਾਨੂੰ ਪਹਿਲੀ ਚੀਜ਼ ਇਹ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਪ੍ਰਾਪਤ ਕੀ ਕਰਨਾ ਚਾਹੁੰਦੇ ਹਾਂ। ਇੱਕ ਟਾਰਗੇਟ ਸਾਡਾ ਹੋਣਾ ਚਾਹੀਦਾ ਹੈ ਕਿ ਅਸੀਂ ਇੱਥੇ ਤੱਕ ਪਹੁੰਚਣਾ ਹੈ, ਕਿਉਂਕਿ ਜਦੋਂ ਬੰਦੇ ਨੂੰ ਪਤਾ ਹੁੰਦਾ ਮੰਜ਼ਿਲ ਦਾ ਤਾਂ ਫਿਰ ਬੰਦਾ ਉਸ ਹਿਸਾਬ ਨਾਲ ਮਿਹਨਤ ਵੀ ਕਰਦਾ ਹੈ। ਤਾਂ ਨਾਲ ਨਾਲ ਬੇਨਤੀ ਵੀ ਕਰਨੀ ਕਿ ਐ ਮੇਰੇ ਮਾਲਿਕ, ਐ ਮੇਰੇ ਪਰਮਾਤਮਾ, ਇਸ ਮੰਜ਼ਿਲ ਨੂੰ ਪ੍ਰਾਪਤ ਕਰਨ 'ਚ ਮੇਰਾ ਸਾਥ ਦੇ, ਮੇਰੀ ਮਦਦ ਕਰ, ਮੈਨੂੰ ਕਾਮਯਾਬੀ ਦੇ। ਔਰ ਜਦੋਂ ਉਹਦੇ ਅੱਗੇ ਅਰਦਾਸ ਕਰਕੇ ਇਨਸਾਨ ਸ਼ੁਰੂਆਤ ਕਰਦਾ ਹੈ ਤਾਂ ਫਿਰ ਇਨਸਾਨ ਨੂੰ ਕਾਮਯਾਬ ਹੋਣ ਤੋਂ ਕੋਈ ਵੀ ਰੋਕ ਨਹੀਂ ਸਕਦਾ। ਇਸ ਲਈ ਜਿਹੜੇ ਕਿਸਮਤ ਦੇ ਭਰੋਸੇ ਬੈਠੇ ਰਹਿੰਦੇ ਉਹ ਸਦਾ ਦੁਖੀ ਹੀ ਰਹਿਣਗੇ, ਉਹ ਸਦਾ ਨਿਰਾਸ਼ਾ ਨਾਲ ਹੀ ਭਰਪੂਰ ਰਹਿਣਗੇ। ਤਾਂ ਜਿਹੜੇ ਕਰਮ ਤੇ ਜ਼ੋਰ ਦਿੰਦੇ ਹੈ, ਮਿਹਨਤ ਤੇ ਜ਼ੋਰ ਦਿੰਦੇ ਹੈ, ਉਹ ਆਪਣੀ ਮਿਹਨਤ ਦੇ ਨਾਲ ਉੱਚੀ ਤੋਂ ਉੱਚੀ ਮੰਜ਼ਿਲ ਨੂੰ ਵੀ ਉਹ ਮਾਲਕ ਦੀ ਰਹਿਮਤ ਨਾਲ ਪ੍ਰਾਪਤ ਕਰ ਲੈਂਦੇ ਹੈ। ਇਸ ਲਈ ਆਓ ਆਪਣੇ ਕਰਮ ਤੇ ਜ਼ੋਰ ਦਈਏ, ਮਿਹਨਤ ਕਰੀਏ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖੀਏ, ਉਹਦੀ ਰਹਿਮਤ ਤੇ ਵਿਸ਼ਵਾਸ ਰੱਖੀਏ, ਤਾਂ ਫਿਰ ਜੀਵਨ 'ਚ ਸਾਨੂੰ ਕਾਮਯਾਬ ਹੋਣ ਤੋਂ ਕੋਈ ਰੋਕ ਨਹੀਂ ਸਕਦਾ। ਸੋਹਣਾ ਸੋਹਣਾ ਮੇਰਾ ਮੁਰਸ਼ਿਦ ਸੋਹਣਾ, ਸੋਹਣਾ ਸੋਹਣਾ ਮੇਰਾ